ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ। ਬਹੁ ਸਾਗਰ ਭਰਿਆ ਰਾਮ। ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ। ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ। ਬਾਣੀਆਂ ਸਿਰ ਬਾਣੀ। ਉਹ ਤਨਵੰਤ ਕੁਲਵੰਤ ਪਤਵੰਤ। ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਫਰੀਦਾ ਪਿਛਲ ਰਾਤ ਨਾ ਜਾਗਿਓ ਜੀਵੰਦੜੋ ਮੋਇਓ। ਜੇ ਤੈਂ ਰੱਬ ਵਿਸਾਰਿਆ। ਜੇ ਤੈਂ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਾਰਿਓ। ਬਾਦਸ਼ਾਹ ਦਰਵੇਸ਼ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਬੈਠ ਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਥਾਨ ਉੱਤੇ ਦੀਨ ਦੁਨੀਆ ਦੇ ਮਾਲਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਆਪ ਜੀ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਮਤਿ ਸਮਾਗਮਾਂ ਵਿੱਚ ਹਾਜ਼ਰੀਆਂ ਭਰਦੇ ਪਏ ਹੋ। ਦਾਸ ਵਿਚਾਰ ਤੋਂ ਪਹਿਲਾਂ ਬੇਨਤੀ ਕਰਦਾ ਹੈ ਹੱਥ ਜੋੜ ਕੇ, ਇਸ ਸਟੇਜ ਤੇ ਪਤਾ ਨਹੀਂ ਕਿੰਨੇ ਕਿੰਨੇ ਵਿਦਵਾਨ ਸੱਜਣਾ ਨੇ, ਸਿੱਖ ਧਰਮ ਦੇ ਕਿਤਨੇ ਉੱਚ ਕੋਟੀ ਦੇ ਫਿਲਾਸਫਰਾਂ ਨੇ ਆਪ ਜੀ ਨਾਲ ਗੁਰਬਾਣੀ ਤੇ ਗੁਰਮਤਿ ਦੀਆਂ ਸਾਂਝਾਂ ਪਾਈਆਂ ਨੇ। ਮੇਰੀ ਮਤ ਬਹੁਤ ਛੋਟੀ ਹੈ, ਹੋ ਸਕਦਾ ਹੈ ਵਿਚਾਰ ਕਈ ਵਾਰ ਗੁਰੂ ਦੀ ਬੜੀ ਡੂੰਘੀ ਵਿਚਾਰ ਹੁੰਦੀ ਏ, ਵਿਚਾਰਵਾਨ ਦੀ ਪਕੜ ਚੋਂ ਗੱਲ ਬਾਹਰ ਹੋ ਜਾਏ।
ਹੌਲੀ ਗੱਲ ਹੋਵੇ ਤੇ ਮਾਫ ਕਰਿਓ। ਆਓ, ਮੈਨੂੰ ਗੁਰਮੁਖਾਂ ਨੇ ਇੱਕ ਵਿਸ਼ਾ ਦਿੱਤਾ ਹੈ ਅੱਜ, ਅੰਮ੍ਰਿਤ ਵੇਲਾ। ਅਸੀਂ ਗੁਰਬਾਣੀ ਵਿੱਚੋਂ, ਗੁਰਮਤ ਦੇ ਦਾਇਰੇ ਵਿੱਚੋਂ ਔਰ ਸਿੱਖ ਇਤਿਹਾਸ ਨੂੰ ਨਾਲ ਲੈ ਕੇ ਨਾ ਇਸ ਵਿਸ਼ੇ ਨਾਲ ਵਫਾਦਾਰੀ ਕਰਨ ਦਾ ਯਤਨ ਕਰਾਂਗੇ। ਜਿਤਨੇ ਵੀ ਆਪ ਜੀ ਮਾਈ ਭਾਈ ਗੁਰਮੁਖ ਪਿਆਰੇ ਬੈਠੇ ਹੋ, ਆਪ ਜੀ ਮੈਨੂੰ ਅਸੀਸ ਦਿਆ ਜੇ। ਮੈਂ ਇੱਕੋ ਬੇਨਤੀ ਫਤਿਹ ਤੋਂ ਪਹਿਲਾਂ ਕਰਨ ਲੱਗਾ, ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਖਾਲਸਾ ਖੰਨੇ ਵਾਲੇ, ਭਾਈ ਸਾਹਿਬਾਂ ਦੇ ਨਾਲ ਸਮਾਗਮ ਵਿੱਚ ਇੱਕ ਥਾਂ ਤੇ ਬੈਠੇ, ਬਹੁਤ ਜੀਵਨ। ਦਾਸ ਨੇ ਤੇ ਬੰਗਲਾ ਸਾਹਿਬ ਤੋਂ ਵੀ ਇੱਕ ਗੱਲ ਕਹੀ ਸੀ ਟਾਈਮ ਟੀਵੀ ਤੋਂ, ਪਹਿਲਾਂ ਸਿੱਖਾਂ ਦੇ ਜੀਵਨ ਬੋਲਦੇ ਸਨ, ਹੁਣ ਸਿੱਖਾਂ ਦੀਆਂ ਜ਼ੁਬਾਨਾਂ ਬੋਲਦੀਆਂ ਨੇ, ਬਸ ਇੰਨਾ ਹੀ ਫਰਕ ਹੈ। ਪਹਿਲਾਂ ਜੀਵਨ ਬੋਲਦੇ ਸਨ। ਭਾਈ ਸਾਹਿਬਾਂ ਦਾ ਜੀਵਨ ਬਹੁਤ ਉੱਚਾ ਹੈ, ਤੇ ਜਦੋਂ ਉਹਨਾਂ ਸਮਾਪਤੀ ਕਰਨੀ ਨਾ ਸਮਾਗਮ ਦੀ, ਇੱਕੋ ਗੱਲ ਕਹਿਣੀ, ਮੈਂ ਬੱਚਾ ਵਾਂ, ਸਿੱਖ ਨਾ ਪਿਆ ਵਾਂ, ਗੁਰੂ ਗ੍ਰੰਥ ਸਾਹਿਬ ਨੂੰ ਅਰਦਾਸ ਕਰਿਓ ਗੁਰੂ ਮੈਨੂੰ ਸਿੱਖ ਦੇ ਨੂੰ ਲੈ ਜਾਏ। ਆਓ ਗੁਰੂ ਅੱਗੇ ਅਰਦਾਸ ਕਰਿਆ ਜੇ। ਗੁਰੂ ਸ਼ਬਦ ਵਿੱਚ ਜਾ ਕੇ ਸ਼ਬਦ ਵਿੱਚੋਂ ਕੀਮਤੀ ਮੋਤੀ ਚੁਣ ਕੇ ਤੁਹਾਡੇ ਤੱਕ ਲਿਆਉਣ ਦੀ ਦਾਤ ਦੇ। ਕੋਈ ਵੀ ਰਸਨਾ ਵਾਂਝੀ ਨਾ ਰਹਿ ਜੀ। ਗੁਰ ਫਤਿਹ ਪ੍ਰਵਾਨ ਕਰਿਆ ਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ, ਜੇ ਅਸੀਂ ਆਪਣੇ ਨਿੱਜ ਜੀਵਨ ਤੋਂ ਇਸ ਵਿਸ਼ੇ ਦੀ ਗੱਲ ਕਰੀਏ ਨਾ, ਨਿੱਜ ਜੀਵਨ ਤੋਂ, ਕਿਉਂਕਿ ਸਿੱਖ ਦੇ ਦੋ ਜੀਵਨ ਨੇ। ਸਿੱਖ ਧਰਮ ਦੀ ਰਹਿਤ ਮਰਿਆਦਾ ਅਨੁਸਾਰ ਅਸੀਂ ਸਮਰਪਿਤ ਹਾਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ। ਰਹਿਤ ਮਰਿਆਦਾ ਵਿੱਚ ਸਿੱਖ ਦੇ ਦੋ ਜੀਵਨ ਨੇ। ਇੱਕ ਜੀਵਨ ਹੈ ਉਹਦਾ ਸਖਸ਼ੀ, ਦੂਸਰਾ ਜੀਵਨ ਹੈ ਪੰਥਕ। ਜੇ ਕਿਤੇ ਅਸੀਂ ਸਖਸ਼ੀ ਜੀਵਨ ਦੀ ਬਾਤ ਕਰੀਏ, ਦੋ ਵੇਲੇ ਐਵੇਂ ਦੇ ਨੇ ਜਿਹੜੇ ਸਾਨੂੰ ਮੇਰਾ ਖਿਆਲ ਹੈ ਘੱਟ ਹੀ ਭੁੱਲਦੇ ਨੇ। ਦੋ ਵੇਲੇ ਆਉਣਾ ਆਪਾਂ ਅੰਮ੍ਰਿਤ ਵੇਲੇ ਤੇ ਵੇ। ਤੁਸੀਂ ਕਹੋਗੇ ਦੋ ਵੇਲੇ ਕਿਹੜੇ? ਮੈਂ ਦੋਵੇਂ ਤੁਹਾਨੂੰ ਯਾਦ ਵੀ ਕਰਾਂਗਾ, ਤੇ ਜਿੱਥੋਂ ਤੱਕ ਮੇਰਾ ਖਿਆਲ ਹੈ ਸਿਆਣਾ ਬੰਦਾ ਇਸ ਗੱਲ ਨਾਲ ਸਹਿਮਤ ਵੀ ਹੋ ਜਾਏਗਾ। ਸਭ ਤੋਂ ਪਹਿਲਾ ਵੇਲਾ ਸਾਨੂੰ ਯਾਦ ਹੈ ਜਿਸ ਦਿਨ ਸਾਡਾ ਜਨਮ ਹੋਇਆ ਸੀ। ਜਿਸ ਦਿਨ ਅਸੀਂ ਮਾਂ ਦੀ ਕੁੱਖ ਵਿੱਚੋਂ ਜਨਮ ਲੈ ਕੇ ਇਸ ਧਰਤੀ ਦੇ ਉੱਤੇ ਪਹਿਲਾ ਕਦਮ ਧਰਿਆ, ਸਾਨੂੰ ਉਹ ਵੇਲਾ ਯਾਦ ਹੈ। ਖਿਮਾ ਕਰਿਓ, ਜੇ ਉਹ ਵੇਲਾ ਯਾਦ ਨਾ ਹੁੰਦਾ ਤੇ ਕਿਤੇ 80 ਸਾਲਾਂ ਦਾ ਵਡੇਰਾ ਘਰ ਵਿੱਚ ਜਨਮ ਦਿਨ ਵਾਲੇ ਕੇਕ ਹੀ ਕੱਟਦਾ। ਉਹਨੂੰ ਵੇਲਾ ਯਾਦ ਹੈ ਨਾ ਵੀ ਅੱਜ ਤੋਂ 80 ਸਾਲ ਪਹਿਲਾਂ ਮੇਰਾ ਜਨਮ ਹੋਇਆ ਸੀ। ਜੇ ਵੇਲਾ ਯਾਦ ਨਾ ਹੁੰਦਾ ਤੇ ਕੀ ਉਸ ਦਿਨ, ਜਿਸ ਦਿਨ ਉਹ ਆਉਂਦਾ ਹੈ, ਹੋਟਲਾਂ ਵਿੱਚ ਪਾਰਟੀਆਂ ਹੁੰਦੀਆਂ, ਉਸ ਦਿਨ ਸਮਾਗਮ ਹੁੰਦੇ, ਉਸ ਦਿਨ ਜਸ਼ਨ ਮਨਾਏ ਜਾਂਦੇ, ਰਿਸ਼ਤੇਦਾਰਾਂ ਨੂੰ ਇਕੱਠੇ ਕੀਤਾ ਜਾਂਦਾ। ਪਹਿਲੀ ਗੱਲ ਸਿੱਧ ਹੋ ਗਈ ਕਿ ਬੰਦੇ ਨੂੰ ਇੱਕ ਵੇਲਾ ਯਾਦ ਹੈ ਜਿੱਦਣ ਉਹ ਜੰਮਿਆ ਸੀ, ਜਨਮ ਦਿਨ, ਜਿਹਨੂੰ ਅਸੀਂ ਪੜ੍ਹੀ ਲਿਖੀ ਬੋਲੀ 'ਚ ਕਹੀਦਾ ਬਰਥਡੇ, ਉਹਨੂੰ ਆਪਣਾ ਜਨਮ ਦਾ ਵੇਲਾ ਯਾਦ ਹੈ। ਦੂਸਰਾ ਵੇਲਾ ਬੰਦੇ ਨੂੰ ਯਾਦ ਹੈ ਜਿਸ ਦਿਨ ਉਹਨੇ ਗ੍ਰਸਤ ਵਿੱਚ ਪ੍ਰਵੇਸ਼ ਕੀਤਾ ਸੀ, ਜਿਹਨੂੰ ਆਪਾਂ ਕਹੀਦਾ ਵਿਵਾਹ ਵਾਲਾ ਦਿਨ। ਇਹੀ ਕਾਰਨ ਅਸੀਂ ਜੁਬਲੀ ਐਨੀਵਰਸਰੀ ਮਨਾਉਂਦੇ ਹਾਂ, ਡਾਇਮੰਡ ਜੁਬਲੀ ਐਨੀਵਰਸਰੀ ਮਨਾ ਲਈ ਦੀ ਏ। ਸਾਨੂੰ ਵਿਆਹ ਵਾਲੀ ਤਰੀਕ ਵੀ ਯਾਦ ਏ, ਤੇ ਜਿੱਦਣ ਉਹ ਤਰੀਕ ਸਾਡੇ ਸਾਹਮਣੇ ਆ ਜਾਏ, ਮਜ਼ਾਲ ਏ ਅਸੀਂ ਕੈਲੰਡਰ ਵਿੱਚ ਉਹ ਤਰੀਕ ਲੰਘਣ ਦਈਏ। ਉਸ ਦਿਨ ਵੀ ਘਰ ਵਿੱਚ ਫੰਕਸ਼ਨ ਹੁੰਦਾ ਹੈ, ਉਸ ਦਿਨ ਵੀ ਸਮਾਗਮ ਕੀਤੇ ਜਾਂਦੇ ਨੇ। ਪੁੱਛੀਏ ਜੀ ਕਿਉਂ? ਕਹਿਣ ਲੱਗੇ ਅੱਜ ਸਾਡੇ ਵੱਡਿਆਂ ਦੀ, ਅੱਜ ਸਾਡੇ ਮਾਤਾ ਪਿਤਾ ਦੀ ਮੈਰਿਜ ਐਨੀਵਰਸਰੀ ਏ। ਉਹ ਕਿੱਡੀ ਹੈਰਾਨਗੀ ਦੀ ਗੱਲ, ਬੰਦੇ ਨੂੰ ਜਨਮ ਦਾ ਵੇਲਾ ਯਾਦ ਏ, ਬੰਦੇ ਨੂੰ ਵਿਆਹ ਦਾ ਵੇਲਾ ਯਾਦ ਏ। ਦਵਾਈ ਰੱਬ ਦੀ ਕੋਈ ਭਾਗਾਂ ਵਾਲੇ ਜੇ ਜਿਹਨੂੰ ਅੰਮ੍ਰਿਤ ਵੇਲਾ ਯਾਦ ਨਹੀਂ, ਤੇ ਅੰਮ੍ਰਿਤ ਵੇਲਾ ਕਿਸੇ ਨੂੰ ਯਾਦ ਨਹੀਂ। ਫਿਰ ਮੈਂ ਬੇਨਤੀ ਕਰਾਂ, ਸ਼ਾਇਦ ਗੱਲ ਪਕੜ 'ਚ ਆ ਜਾਏ। ਡੇਟ ਆਫ ਬਰਥ ਜਿਹੜੀ ਹੈ ਉਹ ਯਾਦ ਹੈ ਕਿ ਮੇਰਾ ਜਨਮ ਇੰਨੀ ਤਰੀਕ ਨੂੰ ਹੋਇਆ, ਸਾਲ ਬਾਅਦ ਆਉਣੀ ਹੈ। ਵਿਆਹ ਦੀ ਤਰੀਕ ਯਾਦ ਹੈ। ਤੇ ਜਦੋਂ ਗੱਲ ਕਰੀਏ ਅੰਮ੍ਰਿਤ ਵੇਲੇ ਦੀ, ਇਹ ਮੈਂ ਨਹੀਂ ਕਹਿਣਾ, ਮੈਂ ਬਾਣੀ 'ਚੋਂ ਹਵਾਲੇ ਦਿਆਂਗਾ ਤੁਹਾਨੂੰ। ਕਿਸੇ ਟਾਵੇਂ ਨੂੰ ਪਤਾ ਹੈ ਵੀ ਅੰਮ੍ਰਿਤ ਵੇਲਾ ਕੀ ਹੁੰਦਾ ਹੈ, ਨਹੀਂ ਤੇ ਸਭ ਭੁੱਲੀ ਬੈਠੇ ਆ ਅੰਮ੍ਰਿਤ ਵੇਲਾ ਕੀ ਹੈ। ਕਦੀ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ, ਸੱਚੇ ਪਾਤਸ਼ਾਹ ਇਹ ਪ੍ਰਚਾਰਕ ਦੇ ਖਿਆਲ ਨੇ ਕਿ ਤੁਹਾਡੇ ਖਿਆਲ ਨੇ?
ये प्रचारक की शब्दावली कि तुहाडी सतगुर ने बड़ा प्यारा एक प्रमाण दिता है। धन गुरु ग्रंथ साहिब कहते ने 4 तरह की अग जे, एक जठर अगन, एक बिड़वा अगन, एक दावा अगन, एक तृष्णा दी अगन। सतगुर कहते ने जिहड़ी दावा अगन है ना, मैं तुहानू दस देना दावा अगन किहड़ी हुंदी है। कह लगे जिहड़ी दावा अगन है ये ओ आगे जदों चेतर दे महीने विच गर्मी पई, वांस दे नाल वांस खह गया, जदों वांस नाल वांस खिया ना उहदे विचों अग पैदा हुई, ओ लगी जंगल नूं अग, जिहड़ी जंगल नूं अग लगी उस अग दा नां सी दावा अगन। सतगुरु गुरु ग्रंथ साहिब बाणी च कहंदे ने, कह लगे भलिया जदों जंगल नूं अग लगदी है ना, बड़े बड़े उच्चे रुख मान नाल धरती ते खलोते हुंदे ने, जेड़े कहंदे ने साडे कोल उचाई बड़ी है। बड़े बड़े रुख ने जिन्हां नूं मां ने कहंदे ने साडे वर्गी चढ़ाई किसे कोल नहीं, किसे रुख दे कोल मां ने साडे वर्गा फल किसे कोल नहीं, किसे रुख नूं मां ने मेरे वर्गी छां किसे कोल नहीं। गुरु ग्रंथ साहिब विच बापू अमरदास कहंदे ने दुआई रब दी ये जिन्ने दावे करदे सन ना, कोई उचाई का दावा करता सी, कोई चौड़ाई का दावा करता सी, कोई संघनी शान का दावा करता सी, कोई फलों का दावा करता सी। गुरु अमरदास कहते ने जदों जंगल नूं लगी दावा अगन, एक पासियों अग लगी, वड्डे वड्डे रुख अग दे विच सड़ गए, छावां वाले फलों वाले सड़ गए। कोई माई दा जाया करोड़ां रुखां विचों एक सी जिहदियां टाहनियां हरियां रहियां, नहीं ते सारे दे सारे भलूसे गए। दावा अगन बहुत तृण जाले, दावा अगन जंगल दी अग, दावा अगन बहुत तृण जाले। अगली पंक्ति कोई हरियो बूट रहो री, कोई हरियो अमृत वेला कोई कोई संभालता पिया। मैं फिर उत्थे आ जा, दोवें वेले याद ने जिदन जन्म होया विआह वाला, पर सतगुरु कह लगे कोई हरियो बूट, कोई हरै जेड़ा टाहनियां जिदियां अग चों बच गईयां। नामदेव साहिब कहंदे ने लोभ दियां लहरां ने, लोभ दियां लहरां नाल पावक तृष्णा दी अग है, विकारां दी अग पई बलदी है। धन गुरु ग्रंथ साहिब कहंदे ने दुनिया दे लोको ओदे पैरां ते नमस्कार, जेड़ा विकारां अते तृष्णा दी अग विचों भी बच के अमृत वेले उठ के 5 बाणियां दा नितनेम ते गुरमंत्र दा जाप करदा है। दावा अगन बहुत रिन जाले, कोई हरियो बूट रेओरी, कोई टावा टावा जिन्हें उस वेले नूं सांभिया। आओ हुण जिन्ना ये वेला सांभिया उन्हां नूं मैं अगे बेनती करांगा, बाणी विच शायद सानू पता होवे। मैं पहला बेनती करां, दास दी इन्नी मत नहीं, हो सकता मैं गलत होवां, बाणी विच सानू वेले दा भी कोई नहीं जे पता। असी वेला कुछ होर समझी फिरने, गुरबाणी ने वेला कुछ होर किहा जे। आपां पहला वेले की गल लग्या करन, फिर अमृत वेले ते आउंदे हां। हुण आओ गुरु ग्रंथ साहिब चों पुछिए, भाई साहब जी जेड़े अग तो बच गए ने, जिन्हां ने इस विकारां दी अग तो अपने आप नूं बचा के अमृत वेला सांभिया है, तुसीं दसोगे उस सिख दा जीवन किवें दा है? तुसीं दसोगे उहदी मर्यादा की है, उहदे कोल किवें दा जीवन है? वैसे ना शेख शादी ने एक गल कही, मैं भाई गुरदास की रचना तो पहला कह देना। पर शेख शादी कहते ने बा मुतायब गर मुखलत गर अलल सुबहा। वो शेख शादी कहता है अगर तू इंसान लोकां दे उठण तो पहला पहला मंगता बन जाए, ध्यान दे आजे, अगर इंसान लोकां दे उठण तो पहला पहला तू भिखारी बनन दी जाच सिख जाए, मंगता बन दी जाच सिख जाए, कह लगे मैं तेनू लिख के देना, तेरा सारा दिन बादशाहां वर्गा लंघेगा, सारा दिन। पर अगर तू उस वेले किते बादशाह बन के रह गयो, फिर सारा दिन तेरा भिखारियां वर्गा लंघेगा। पूछा क्यों? वो कहन लगे जे तू अमृत वेले उठ के हथ अड्डेगा, कौन अड्डदा है हथ? मंगते ही अड्डदे ने ना। जे तू अमृत वेले उठ के उहदे अगे दुआवां करेगा, अगर तेरे हथ सजदे विच झुक गए, अमृत वेले तू झोली अड्डन की जाच सिख लई, सारी दुनिया की झोली भरेगा। ते जे अमृत वेले बादशाह बन के लत्त ते लत्त धर के सुता रहो, सारी जिंदगी लोगों के तली अड्डेगा।
इथों आप गल तोरी। भाई गुरदास जी ने पूछिए भी अमृत वेले वाले का जीवन कैसा है। हुण भाई साहब ने कलमबंद की गल कमाल कर दी। भाई साहब कहते ने गुर सिख भल के उठ कर अमृत वेले सरनावंदा। भाई साहब ने पहला वचन किया, कहते ने जिहड़ा गुरु नूं मनण वाला है ना, जिहदा मूँह अपने गुरु वाले गुर सिख। हुण मैनूं खिमा करिया जे, मैं अपनी विचार बेनती कर लगा। असी गुरसिख की पहचान रखीए केवल पग, असी गुरसिख की पहचान रखीए केवल दाढ़ी, असी गुरसिख की पहचान रखीए केवल बाहर दा बाणा। ओ गुरु के सिखो, उन्हां दाढ़ी पग्गां वालियां नालों जिन्हां गुरु दे गातरे पा के गद्दारी कीती, उन्हां नालों कई गुना वध के ओ सिख चंगा जिस पीर बुद्धू शाह ने मस्जिद विच मत्थे टेके पर गुरु लिए अपने पुत्र कुर्बान कर दिते। असी किहड़े गुरसिख वल तुर पए। जज दे घर विच पुत्र पैदा हो जाए इहदा मतलब जज नहीं। डॉक्टर दे घर विच पुत्र पैदा होया है, इहदा मतलब वो डॉक्टर नहीं। वकील दे घर विच बच्चा पैदा होया है, इहदा मतलब वकील नहीं। दवाई रब दी सरदारां दे घर च बच्चे पैदा होए, कन्नां विच नत्तियां पाईयां ने, ड्योलियां ते खंडे बनाए ने, और नेड़े तेड़े भी सिक्खी दी बात नहीं। ते जे पुछ के वेख लो कहणगे असीं सरदार आ। जज दा पुत्र जज नहीं हो सकदा। हाँ, उहदे कोल जज वाली क्वालिफिकेशन, वो काबलियत। खैर मेरा विषय इधर नहीं, मैं बेनती कर लगा सा। भाई गुरदास जी कहते हैं गुर सिख भल कै उठ कर अमृत वेले सरनावंदा। हुण भाई साहब जी कहते हैं भी गुरु का सिख उठिया भलके। हुण मैं आउण लगा भलका की है। मेरा ख्याल है सिख मिशनरी कॉलेज भौर सैदां दे बच्चे भी इत्थे पहुंचे होणगे। गल नोट करियो, भलका की है। झट असीं कहते हैं जी भलके करांगे आ काम। वो गुरु के सिखो, जिस बापू नूं मत्थे टेकदे हो कदी रुमाला साहब चुक के भी वेख लिया करो भलका बाणी विच है की है। असी तो कला रुमाला साहब गुरु ने दिता है। मैनू तो घटना वार वार शायद मैं टाइम टीवी ते सांझी कीती होवे। कहंदे ने कोई ना घर च बजुर्ग सी, बजुर्ग ਉਹਦੇ घर ਦੇ ਵਿੱਚ नौजवान बच्चे भी सन। एक बच्चे ने दिन पिया डुबे, लौडा वेला सी, लਹਿੰਦੀ पंजाबी का शब्द है लौडा वेला। लौडा वेला सी। अपना बजुर्ग नूं ਉਹ नौजवान कहंदा कहंदा बजुर्गो मैं फलाने थां ते काम जाना है ते काम भी मैनूं बड़ा जरूरी है। नेरा बड़ा है, राह च की पता लगदा है किस किवें दा समय, रस्ते च कंडे ने, खाइयां ने, खड्डे ने, मैं जावां कि ना। बजुर्ग बड़ा सियाणा सी, वो कहंदा पुत्र जा, पर मेरी गल मन, मैं तेनों एक जुगत देना वा, की मजाल रस्ते दे कंडे तेरे पैरां नूं रोक सकन। मैं तेनों एक जुगत देना, की मजाल रस्ते दियां खाइयां तेनों पो सकन, रस्ते दे उच्चे नीवें थां तेनों ठोकर दे सकन। वो कहने लगा की तुहाडे कोल कोई नुक्सा है। कहंदे ने बजुर्ग ने की कीता, दीवा जगा के ना, लालटेन कह लो, लैंप कह लो, दीवा जगा के ਉਹਨੂੰ ਦਿੱਤਾ। कहने लगे लै पुत्र मैं तेनों दीवा जगा दिता लालटेन, एक काम करी, ਇਹਦਾ ਚਾਨਣ तेरे नाल तुरेगा, जिथे जिथे जाएगा ये चानण तेरे नाल जाएगा। ते जदों चानण तेरे नाल होएगा, जिथे राह च कंडे आउणगे चानण तेनों पहला दस देगा, कंडे नहीं बच जाई, टोए ने अपना आप बचाई, खड्डे ने। हुण गल समझिया जे नुकते वाली, जो अज हालत है साडी। कहंदे ने उन्हें सच्ची मुच्ची उस दीवे नूं जगाया। जदों दीवे नूं जगाया तो बजुर्गां नूं पुछदा, कहन लगा भला दीवा किन्ना कु चानण देगा ते कित्थों तक चानण देगा, किन्ना कु चानण देगा दीवा। ते बजुर्ग हस के कहंदा पुत्र तू थक जाएगा पर दीवे दा चानण नहीं मुकना, तू थक जाएगा, दीवा चानण वंडदा जाएगा। नौजवान दीवा रख के तुर पिया। सिर्फ घरों 10 कदम तुरया, सिर्फ जदों 10 कदम तुरया ना वापस आ गया। जदों वापस आया आके बजुर्गों नूं कहन लगा तुसीं धौले दाड़ियां च भी झूठ बोल लैंदे हो, धौली विच भी झूठ मारी जांदे हो। कहंदा पुत्र होया की। कहन लगा हुणे ही तुहाडा झूठ फड़िया गया, तुसीं कहंदे सो आ दीवा लै जा, जिथों तक जाएगा चानण नाल जाएगा, तेरे कदम थक जाणगे पर चानण नहीं मुकेगा। कहन लगा मैं तां तुहाडे सामने 10 कदम नहीं गया ते अगे हनेरा हो गया, तुहाडी गल फिर झूठी ना हुई।
हुण बजुर्ग कहन लगा, पुत्र जेड़ा मैं तेनू दीवा जगा के दिता सी, दीवा की ओदा कीता की? कहन लगा, जी जेड़ा तुसी जगा के दिता सी, मैं घर दियां बरूहां विच रख के तुरिया वां। वो मत्थे ते हत्थ रख के कहंदा, भोलिया दीवा तेनू इस करके नहीं सी दिता कि इनू केवल घर विच रख, दीवा तेनू दिता सी, इनू तली ते रख के तुर। जे दीवा लैके तुरेगा, जिथे जाएगा चानन जाएगा। गुरु के सिखो, जिस गुरु ग्रंथ साहिब दा प्रकाश पुरब मनांदे हो पे, गुरु अर्जुन देव ने पोथी इस करके नहीं सी दिती भी कली गुरुद्वारे विच ही प्रकाश कर लईए। ये पोथी साहब केवल इस करके नहीं सी भी केवल पालकी साहब दे विच उत्ते रुमाला साहब पा दिओ। असी समझिया सानू बाणी मिली है सिर्फ रुमाला साहब पाण लई, जरूरी है। मैं बेनती करा, मैं कट्टड़, मैं सिद्धांतक जरूर हाँ पर कट्टड़ नहीं। अपने धर्म च सिद्धांतक होना माड़ी बात नहीं, पर मैं फिर बेनती करा, सानू गुरु ने कहा सी जे तेरे तन ते चंगे कपड़े ने, जे प्रसाद पाट पटंबर हंडावें, तिसे त्यागत अवर लुभावें। कहन लगे, जिन्हें तेनू कपड़े दिते तन कजन लई, वो जे तेरे तन उत्ते हजार हजार 2-2 हज़ार रुपए मीटर का कपड़ा आउंदा है, जे गुरु ग्रंथ साहब का कीमती रुमाला लियाएगा कोई माड़ी गल नहीं। पर नाल गुरु ने यह कहा सी, वेखी किते बाणी नूं रुमाले थल्ले ना रख दई। होया ए बाणी दिती सी, सतगुर कहन लगे, जिथे जाएगा बाणी तेनू चानन देगी, जिंदगी की रहनुमाई देगी, अगवाई देगी। अज आलम ए वे, गुरुद्वारे विच बाबा जी की बाणी का प्रकाश है, जोड़ियां तक जाण तो पहला साडे च लड़ाई हो जाती है। जोड़े भी छड्डो, गुरुद्वारे विच लड़ पैने असीं। क्यों? क्योंकि दीवा तली ते रख के तुरना सी, असीं दीवा पालकी साहब च रख लिया। दीवा मेरा एक नाम, बलियो चिराग अंधियार में। मैं तां शब्द दीवा बोलिया क्योंकि बाणी च है, बलियो चिराग अंधियार में, सब कल उतरी एक नाम धर्म, बलियो चिराग, चिराग दीवा। खैर बेनती कर रहे सां, ओ प्यारिओ, कदी बाणी नूं पढ़ के वेखो, बाबा जी की बाणी च किन्ने कु रतन ने, किन्ना कु सागर है गुरु ग्रंथ साहिब की बाणी च। दास ने पिछे एक बेनती की सी, नासा विच ना जेड़े सज्जन इहदे नाल कोई संबंधित हो, स्टूडेंट बैठे हो, शायद आपनूं पता होवे, नासा वालियां ने गुरु ग्रंथ साहिब नूं इन्ना मान दिता है, सब तो उतली मंजिल ते बाबा जी की पोथी का प्रकाश कर लिया है। नासा के विग्यानिकां ने उन्हां प्रकाश किया, गुरु ग्रंथ साहिब नूं मनदे ने। उन्होंने पुछया, तुहाडा धर्म नहीं, तुहाडा मजहब नहीं, तुहाडी बोली नहीं, तुहाडे सिद्धांत नहीं, तुसी क्यों प्रकाश किया है? वो कहन लगे, जो इस ग्रंथ साहिब दे विच ये दुनिया विच किसे दे कोल नहीं। शायद आपनूं पता होवे, पिछे जाए एक किताब निकली सी, बिलीव इट और नॉट। मैनूं खिमा करो, मैं जे भलका शब्द मेरे सामने आ जरूर है, पर कुछ गल्लां खोलणियां जरूरी ने। किताब आई सी, उहदा नाम सी मन्नो भावें ना। इस किताब नूं लिखिया सी मिस्टर रिपले ने। उन्हें किताब लिखी, उन्हें 2 गल्लां जिहड़ियां किताब विच कईयां उन्हें कमाल कर दित्ती जी। 50 करोड़ तो वध के किताब भी की सी। उन्हें उस किताब दे विच पहली गल की कहन लगे, दुनिया विच सब तो कीमती जिल्द कौन है, केड़ी है? उन्हें सवाल किया, दुनिया में सब तो कीमती जिल्द केड़ी है, किदे कोल है, किस धर्म कोल है? ते नाल आप ही थले उतर दिता, कहन लगे, हैरान ना होयो, दुनिया में जेड़ी जिल्द सिखां दे ग्रंथ श्री गुरु ग्रंथ साहिब दे नाल लगी, एदू कीमती दुनिया ते कोई जिल्द ही नहीं। दूजी गल वेखो किथे ले गया। उन्हें पहली गल की जिल्द दी, पर नाल कहन लगा, हुण तुसी मैनू पुछोगे दुनिया में सब तो कीमती विचार किदे कोल है? समझिया जे बात नूं, दुनिया में सब तो कीमती विचार किदे कोल है? वो कहन लगा, मैनू इस गल दे उत्ते कोई हैरानगी नहीं। मैं भावें आप सिख नहीं, मेरा भावें कोई दोस्त सिख नहीं, मेरा भावें किसी सिख घर विच जन्म नहीं होया, पर कहन लगा, अज मैं दुनिया नूं कहना वा, मैं सारे धर्म पढ़ के आया वा, सब तो कीमती विचार भी दुनिया में केवल सिखां दे कोल है। वो गल वखरी विचार करन भावें ना, देखो समझियो, वो गल वखरी भावें विचार करना, पर सब तो कीमती विचार है सिखां कोल। पुछया क्यों? उन्हें 2 पक्ष ले, एक पक्ष लिया बाणी वाला, दूजा पक्ष लै गया सरंद। मैं फिर भलके शब्द ते आउना, हजे पहली पंक्ति ते रुकिया, गुरसिख भलके उठ कर अमृत वेले सरना वंदा। कहन लगा, मैनूं मौका मिलिया सरहंद जाण दा।
उस थां की मैं स्टडी की, उस थां के इतिहास को जदों मैं पढ़िया तो पढ़ के हैरान होया, उत्थे बच्चे शहीद होए ने, बच्चे शहीद जेड़े शीरखोर ने। धन गुरु कलगीधर ने कहा ना, चिहा शुद्ध चे चूं बचगा कुश्ते चार, के 10 लख बरायत बरों बेखबरो। की होया, 4 पुत्र शहीद कर गया औरंगजेब, तू मेरे 4 ही कीते ने ना, कोई बात नहीं। वो कहता जदों 2 निक्के बच्चों की शहीदी वाले थां ते गया, कहता मैं हैरान होया वां, उथों थोड़ी दूर ते वे गुरुद्वारा ज्योति स्वरूप। गल वेखो कित्थे ले जान लगा। वो कहन लगा जदों ज्योति स्वरूप गया, अज भावें वो जगह तब्दील कर दी गई है, पर जेड़े टाइम की गल करदा, कहन लगा मैं जिन्नी को स्टडी की है, स्टडी के अनुसार जिदन सरसा के किनारे ते 3 हिस्सों में गुरु का परिवार वंडिया गया, उदन भी दादी पोतरियां दे नाल है। ये मावां भैणां नूं बेनती, थोड़ा जिहा ध्यान दिया जे। जिदन सरसा के किनारे ते परिवार विछड़िया, दादी उदन भी नाल है। जिदन गंगू ब्राह्मण ने नमक खा के हराम किया, दादी उदन भी नाल है पुत्रियां दे। जिस दिन थाने में पेशी पई, दादी उदन भी नाल है। ठंडे बुरज तक गए, दादी उदन भी नाल रही। कहन लगे मैं हैरान होना वा, हुण ठंडे बुरज तो पोतरे ते दादी वखे होण लगे ने। साहिबजादे शहीद वखरे ने, माता जी शहीद वखरे ने। कहन लगे दीवान टोडर मल ने मोहरां खड़ियां कट्ठियां करके खड़ियां, जगह खरीदी। कहन लगा हद इस गल दी है, पोतरे शहीद किते होए, दादी शहीद किते हुई। जिस दिन संस्कार का टाइम आया, पोतरियां नूं भी चुकिया गया, दादी जी दे भी शरीर नूं चुक के संस्कार लगे करन। कहन लगे संस्कार एक थां ते हुंदा पिया पोतरियां ते दादी दा, पर कहंदे ने जिदन थां लगी ना बनन, ध्यान दिया जे, जिदन थां लगी बनन, कहन लगा उदन थां एक थां ते नहीं बनी। ये रिपले की किताब है, मनो भावें ना। जे किसी हथ लगे मैं तां हवाले देना, स्टूडेंट बैठे ने, किताब तुसीं लिख भी सकते हो। उस किताब च ने हवाला दिता, मनो भावें ना। वो कहता जिदन संस्कार किया गया है, संस्कार कर लग्या दादी ते पोतरियां दा इक्को थां ते संस्कार होया है, पर कहन लगे जिदन थां लगे ना बनाण जगह, थां एक जगह ते नहीं बनाई। क्यों? कहन लगे ज्योति स्वरूप वाली थां पोतरियां दी जगह अंदर बनाई गई, दादी दी थां बाहर बनाई गई। हुण वेखो गल की कहन लगा, पोतरियां दी जगह अंदर बनी, दादी दी जगह बूहे दे कोल बनी। कहन लगे मैं बड़ा चिर सोचदा रहा भी ये की गल, दादी दी जगह बाहर क्यों, पोतरियां दी जगह अंदर क्यों। कहन लगे अज मैं इस नुकते ते पहुंचिया वां, दादी अज दी मां नूं मैसेज देना चाहती है, माता साहिब कौर दी धीए, माता साहिब कौर दी बच्चीए, क्यों तू अज विसली हो गई अपनी औलाद तो। दादी एक मैसेज दे रही है। कहन लगी मैं आनंदपुरों तुरी सां पोतरियां दे नाल, ठंडे बुरज तक रही, ते अपने पोतरियां नूं मैं बाबियां दियां कहानियां सुनाइयां, अपने पोतरियां नूं मैं गुरु नानक दी जीवन गाथा सुनाई, अपने पोतरियां नूं मैं जपजी साहिब दा अमृत घोल घोल के पियाया, अपने पोतरियां दे कोल बह के थकिया हारियां दे मैं कोल बह के कहंदी सां फतेह सिंह तैंदी कला ना होवे, कई दिनां दे भुखे हो, पर तुसी उन्हां बजुर्गां दे बच्चे हो जेड़े कहंदे ने आनंद पिया मेरी माए। कोल बह के आनंद दे गीत गाए। अज मैं सिट्टे ते पहुंचिया, दादी ने अपनी थां बाहर तां बनवाई है। वो अज दी औरत नूं कहना चाहती है, धीए जेड़ियां दादियां मरण तो बाद भी, शहीद शब्द आपां बोलने आ, जेड़ियां दादियां मरण तो बाद भी अपने पोतरियां दी राखी बरूआं विच बह के करदियां ने, उन्हां दादियां दे पोतरे नीआं विच ते खलो जाणगे, पर कदी केस नहीं कतल कराउणगे। गल उन्हें बड़ी सोहनी कही। कहन लगे उन्हां दे बच्चे अपने धर्म तो फिदा हो जाणगे, कुर्बान हो जाणगे, पर कदी अपने धर्म नूं आंच नहीं आउण देणगे। खैर आपां गल कर रहे सां पोथी साहिब दी, क्योंकि 1604 विच शब्द गुरु सी पोथी साहिब, गुरु मान्यो ग्रंथ 1708 विच पोथी साहिब दा प्रकाश है। कीमती वस्त्र तन ते पाना रुमाला साहिब गुरु नूं कीमती दे जरूरी है, पर गुरु दी विचार भी कीमती लै। हुण आ बाणी चो वेखिए बाबा जी भलका की है,
क्योंकि दास के विषय नाल पंक्ति भी मेरा ख्याल है इश्तिहारां 'च ही लिखी गई है कि गुरसिख भलके उठ कर अमृत वेले सरना बंदा। हुण भलका की है जी? साडी शब्दावली 'च भलका है आउण वाला दिन, कल, कल दा दिन भलका। गुरु ग्रंथ साहिब नूं पुछो भी कल आउणा है भला? सच्चे पातशाह कि कल है साडे कोल? सतगुर दी पहली बाणी दा हवाला लईए। सतगुर कहन लगे हर बिना कौन सहाई मन का, मात पिता भाई सुत बनता हित लागो सब फन का, कहाँ बिसासा इस भांडे का। कल पूछो गुरु ग्रंथ साहिब नूं कल है भला? कहाँ बिसासा इस भांडे का, इतनक लागै ठन का। हुण गुरबाणी ते कहंदी भी भांडे दा भरोसा कोई नहीं, कदों ठुड्डा वजना ते ठीकरियां खिलर जानियां ने। वो गुरमुखो जे गुरु दी बाणी कह रही है भी भांडे दा भरोसा नहीं, ठुड्डा वजना ते कदों, हुण की पता भांडे ते कल आउणा भी है कि नहीं। फिर भलका केड़ा होया? हुण होर थोड़ा जिहा बाणी वाल आओ। सतगुर कहंदे ने हर जपदियां खिन ढिल ना कीचई मेरी जिंदड़ीए। अगली पंक्ति सारे पढ़ियो। मत के जापै सा आवे के ना आवे राम। केड़ा भलका? गुरसिख भलके उठ कर अमृत वेले सरना बंदा। ते बाबा जी दी बाणी कहंदी है मत के जापै सा आवे के ना आवे राम। हुण इहदा मतलब बाणी नूं खोजना पैना भलके शब्द विच कोई ओला है, क्योंकि इत्थे ते पल पल दा सतगुर कहंदे ने हरी नाहे नै डाडरी पाकी वाडन हार। हरी वडी सकदी है, पक्की वडी ना है, कच्ची दा पता कोई नहीं। सतगुर कहन लगे नह बारिक नह जोब नह बिरदी कछ बंद, ओह बेरा ना बूझिए। भलका ओह बेरा ना बूझिए जो आए पर जम फंद। वेला केड़ा जी? हुण शब्द आपां पहलां वेखना भलका। भाई गुरदास कहंदे ने गुरसिख ओवे जिहड़ा भलका है। गुर सतगुरु का जो सिख काए सो भलके उठर नाम ध्यावै। तन गुरु रामदास जी। भाई गुरदास जी कहंदे ने गुरसिख भलका है उठ कर अमृत वेले सरना बंदा। हुण आओ शब्द भलका वेखीए। जदों आपां पंजाबी च बोलांगे ना, इंग्लिश विच 3 शब्द ने, टुमारो, टूडे और यस्टरडे। टुमारो आउण वाला कल, टूडे अज, यस्टरडे बीत चुका। 3 शब्द वखरे वखरे हो गए ना, टुमारो, टूडे ते यस्टरडे। पर जदों इहनूं पंजाबी च बोलोगे, पंजाबी च बिल्कुल शब्द होर हो जाएगा। एक आवेगा अज ते एक आवेगा कल। हुण कल शब्द जिहड़ा ये 2 थावां ते वरतने आ। आउण वाले लई भी कल वरतीदा ते बीत चुके लई भी कल वरतीदा। मैं कल उथे गया सां, मैं कल उथे जावांगा। ध्यान दिया जे। हुण कल शब्द वरते आउण वाले लई ते बीत चुके लई। इहदा की मतलब? आउण वाले ते जान बीत चुके लई कल क्यों? क्योंकि गुरमुखो इन्हां दोनों समय लई कल तां शब्द वरते दोवें समय काल दे अधीन जे। जिहड़ा लंघ चुका है वह वाकई हिस्टरी बन चुका है। पढ़िया लिखिया नूं पता है, गल कैच करोगे। बीत चुकी हिस्टरी है, आउण वाली मिस्ट्री है। की पता होना है कि नहीं होना। याद रखियो, बीत चुका कल काल दे अधीन हो चुका है। आउण वाला कल काल दे अधीन है, कोई पता नहीं कल आउणा भी है कि नहीं। भाई वीर सिंह ने ना भलके उत्ते कल उत्ते एक नज़म बड़ी प्यारी लिखी है। कहन लगे बीत चुके दी याद पई दिलां नूं वड वड खाए। यही है ना, बीत गए नूं याद कर करके अज पछताने आ पे। मेरियां पाकिस्तान दे विच घोड़ियां वजियां सन जिदन साडा पाकिस्तान तो असीं हिंदुस्तान आए। बीत चुके नूं याद कीता। मेरियां हवेलियां सन, मेरे घर सन। भाई गुरदास जी कहने लगे, वाहिगुरू भाई वीर सिंह जी कहते ने बीत चुके दी याद पई दिलां नूं वड वड खाए। आउण वाले दा सहम जिहड़ा वो मन नूं खांदा है पिया। आउण वाले दी बीत चुके दी याद जिहड़ी है वो भी खा रही है। आउण वाला कल जिहड़ा वो भी सतांदा पिया है।
ਭਾਈ ਵੀਰ ਸਿੰਘ ਕਹਿਣ ਲੱਗੇ ਦੁੱਖ ਇਸ ਗੱਲ ਦਾ ਹੈ, ਸਾਰੇ ਬੀਤ ਚੁੱਕੇ ਜਾਂ ਆਉਣ ਵਾਲੇ ਵਿੱਚ ਜਿਉਂਦੇ ਨੇ, ਅੱਜ ਵਿੱਚ ਜਿਉਂਦਾ ਹੀ ਕੋਈ ਨਹੀਂ। ਅੱਜ ਅਸੀਂ 3 ਕਾਲਾਂ ਦੀ ਗੱਲ ਲੱਗੇ ਹਾਂ ਕਰਨ। ਗੁਰੂ ਕੇ ਸਿੱਖੋ, ਹੁਣ ਵੀ 3 ਕਾਲ ਚੱਲਦੇ ਜੇ ਪਏ। ਜਿਹੜਾ ਸਾਹ ਲੰਘ ਚੁੱਕਾ ਹੈ ਉਹ ਹਿਸਟਰੀ ਹੈ, ਜਿਹੜੇ ਸਾਹ ਨੇ ਆਉਣਾ ਉਹ ਮਿਸਟਰੀ ਹੈ, ਪਤਾ ਨਹੀਂ ਆਉਣਾ ਹੈ ਕਿ ਨਹੀਂ ਆਉਣਾ। ਕੱਲ ਸਿਰਫ ਸਾਡੇ ਕੋਲ ਹੋਵੇ ਜਿਹੜਾ ਸਾਹ ਲੈਣ ਡਏ ਆ, ਜਿਹੜਾ ਸਾਹ ਅਸੀਂ ਲੈਨੇ ਆ ਪਏ ਸਾਡਾ ਕੱਲ ਇਹ ਵੇ, ਕੋਈ ਪਤਾ ਨਹੀਂ ਕੱਲ ਆਉਣਾ ਹੈ ਕਿ ਨਹੀਂ। ਹੁਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਮਹਾਰਾਜ ਨੇ ਕਿਹਾ, ਭਾਈ ਗੁਰਦਾਸ ਕਹਿਣ ਲੱਗੇ ਗੁਰਸਿੱਖ ਭਲਕੈ ਉੱਠ ਕਰ ਅੰਮ੍ਰਿਤ ਵੇਲਾ ਸਰਨਾ ਬੰਦਾ। ਠੀਕ ਹੈ ਤੇਰੇ ਕੋਲ ਅੱਜ ਦਾ ਅੰਮ੍ਰਿਤ ਵੇਲਾ ਗਵਾਚ ਗਿਆ, ਕੱਲ ਤੂੰ ਸਾਂਭਣਾ, ਪਰ ਇਸ ਸਾਹ ਨੂੰ ਸਾਂਭ ਲਈ। ਵੇਖੀ ਕਿਤੇ ਆ ਨਾ ਸਾਹ ਤੇਰਾ ਅਜ਼ਾਈ ਚਲਾ ਜਾਏ। ਮੈਂ ਇਤਿਹਾਸ ਵਿੱਚ ਇੱਕ ਬੇਨਤੀ ਕਰ ਦੇਣਾ, ਅੱਜ ਜਿੰਨੇ ਇੱਥੇ ਨੌਜਵਾਨ ਬੈਠੇ ਹੋ ਨਾ, ਸਭ ਨੂੰ ਇੱਕ ਬੇਨਤੀ ਏ, ਗੁਰੂ ਕੇ ਸਿੱਖੋ, ਜਿਸ ਬੰਦੇ ਦੀ ਜ਼ਿੰਦਗੀ ਦੇ ਵਿੱਚ ਸਟੈਂਡ ਨਹੀਂ ਨਾ, ਉਹ ਭਾਵੇਂ ਸਿੱਖ ਦਾ ਬੱਚਾ ਹੈ, ਭਾਵੇਂ ਹਿੰਦੂ ਦਾ ਬੱਚਾ, ਭਾਵੇਂ ਮੁਸਲਮਾਨ ਦਾ ਬੱਚਾ ਹੈ, ਜਿਹਦੇ ਕੋਲ ਸਟੈਂਡ ਨਹੀਂ ਆਪਣੇ ਧਰਮ ਲਈ, ਆਪਣੇ ਬਾਣੇ ਲਈ, ਆਪਣੇ ਗੁਰੂ ਲਈ, ਖਿਮਾ ਕਰਿਆ ਜੇ ਗੁਰੂ ਦੀ ਨਜ਼ਰ ਵਿੱਚ ਉਹਦੀ ਕਿੰਨੀ ਕੁ ਔਕਾਤ ਹੈ। ਕਹਿੰਦੇ ਨੇ ਸਾਈਕਲਾਂ ਦੀ ਦੁਕਾਨ ਤੇ ਨਾ ਜੀ, ਸਾਈਕਲ ਲੈਣ ਚਲਾ ਗਿਆ ਕੋਈ। ਜਦੋਂ ਸਾਈਕਲ ਦੀ ਦੁਕਾਨ ਤੇ ਸਾਈਕਲ ਲੈਣ ਗਿਆ, ਉਹਨੇ ਜਾ ਕੇ ਪਹਿਲੀ ਗੱਲ ਗਾਹਕ ਨੂੰ ਕੀ, ਉਹਨੇ ਦੁਕਾਨਦਾਰ ਨੂੰ ਕੀ ਕਹਿੰਦਾ, ਵੀਰਿਆ ਗੱਲ ਇਹ ਵੇ ਮੈਨੂੰ ਚਾਹੀਦਾ ਸਾਈਕਲ। ਪਹਿਲਾਂ ਨਵੇਂ ਤੇ ਹੱਥ ਰੱਖ ਕੇ ਕਹਿਣ ਲੱਗਾ ਇਹਦੀ ਕਿੰਨੀ ਕੀਮਤ ਹੈ? ਕਹਿਣ ਲੱਗਾ 200 ਰੁਪਈਆ। ਧਿਆਨ ਦਿਆ ਜੇ ਨੌਜਵਾਨੋ, ਇਹਦੀ ਕਿੰਨੀ ਕੀਮਤ ਹੈ? ਕਹਿਣ ਲੱਗੇ ਜੀ 200 ਰੁਪਈਆ। ਫਿਰ ਇੱਕ ਪੁਰਾਣਾ ਜਿਹਾ ਕੋਲ ਪਰਾਂ ਪਿਆ ਸੀ, ਕਹਿਣ ਲੱਗਾ ਜੇ ਇਹ 200 ਦਾ, ਇਹ ਤੇ 50 ਦਾ ਮਿਲ ਜਾਏਗਾ, 100 ਦਾ। ਪੁਰਾਣੇ ਤੇ ਹੱਥ ਧਰ ਕੇ ਕਹਿੰਦਾ ਫਿਰ ਵੀਰਿਆ ਇਹ ਦੱਸ ਇਹਦੀ ਕਿੰਨੀ ਕੀਮਤ ਹੈ? ਕਹਿਣ ਲੱਗਾ ਇਹਦਾ 500 ਰੁਪਈਆ। ਨਵੇਂ ਦੀ ਕੀਮਤ 200 ਰੁਪਈਆ, 500 ਪੁਰਾਣੇ ਦੀ ਕੀਮਤ 500 ਰੁਪਈਆ। ਉਹਨੇ ਜਦੋਂ ਕਿਹਾ ਨਾ 500 ਰੁਪਈਆ, ਦੁਕਾਨਦਾਰ ਨਾਲ ਲੜ ਕੇ ਕਹਿਣ ਲੱਗਾ ਮੈਂ ਤੈਨੂੰ ਨਵੇਂ ਦੀ ਕੀਮਤ ਨਹੀਂ ਪੁਰਾਣੇ ਦੀ ਪੁੱਛਣਾ ਵਾ। ਤੇ ਦੁਕਾਨਦਾਰ ਕਹਿਣ ਲੱਗਾ ਮੈਂ ਵੀ ਤੈਨੂੰ ਪੁਰਾਣੇ ਦੀ ਦੱਸਣਾ ਪਿਆ ਵਾਂ। ਉਹ ਕਹਿਣ ਲੱਗਾ ਕਮਾਲ ਦੀ ਗੱਲ, ਜਿਹੜੀ ਚੀਜ਼ ਨਵੀਂ ਹੈ, ਜਿਹੜੀ ਤੇਰੀ ਦੁਕਾਨ ਤੇ ਖਲੋਤੀ ਉਹ ਸਸਤੀ, ਤੇ ਜਿਹੜੀ ਪੁਰਾਣੀ ਹੈ ਉਹ ਮਹਿੰਗੀ। ਕਹਿਣ ਲੱਗਾ ਇਹਨਾਂ 'ਚ ਫਰਕ ਕੀ ਹੈ? ਕਹਿਣ ਲੱਗਾ ਤੂੰ ਧਿਆਨ ਨਹੀਂ ਦਿੱਤਾ, ਦੋਵਾਂ 'ਚ ਫਰਕ ਹੈ। ਨਵੇਂ ਦਾ ਸਟੈਂਡ ਕੋਈ ਨਹੀਂ, ਪੁਰਾਣੇ ਕੋਲ ਸਟੈਂਡ ਹੈ। ਨਵੇਂ ਸਾਈਕਲ ਦਾ ਸਟੈਂਡ ਕੋਈ ਨਹੀਂ, ਤੇ ਪੁਰਾਣੇ ਕੋਲ ਪੁਰਾਣੇ ਦਾ ਸਟੈਂਡ ਹੈ। ਉਹ ਕਹਿਣ ਲੱਗਾ ਬਸ ਸਟੈਂਡ ਦੀ ਇੰਨੀ ਕੀਮਤ? ਉਹ ਹੱਸ ਕੇ ਕਹਿੰਦਾ ਬਾਊ ਜੀ ਕੀਮਤ ਹੀ ਸਟੈਂਡ ਦੀ ਹੈ, ਬਾਕੀ ਟਾਇਰਾਂ ਟੂਰਾਂ ਦੀ ਤੇ ਗੱਲ ਹੀ ਛੱਡੋ। ਸੱਚ ਇਹ ਜੇ ਗੁਰੂ ਕੇ ਸਿੱਖੋ, ਸਾਰੀ ਕੀਮਤ ਹੀ ਸਟੈਂਡ ਦੀ ਹੈ। ਕੋਠੀਆਂ ਨੂੰ ਕਿੰਨੇ ਅੱਗੇ ਪੁੱਛਣਾ ਵੀ ਕਿੰਨੀਆਂ ਕੋਠੀਆਂ ਵਾਲਾ ਸੀ? ਅੱਗੇ ਕਿੰਨੇ ਪੁੱਛਣਾ ਕਿੰਨੀਆਂ ਪੈਲੀਆਂ ਦਾ ਮਾਲਕ ਹੈ? ਉੱਥੇ ਤੇ ਪੁੱਛਣਾ ਮੇਰੇ ਲਈ ਕਿੰਨੇ ਆਪਣੀ ਆਪ ਗਵਾਇਆ ਹੈ? ਗੁਰੂ ਲਈ ਸਟੈਂਡ ਕਿੰਨੇ ਲਿਆ ਹੈ? ਆਪਣੇ ਪਹਿਰਾਵੇ ਲਈ ਸਟੈਂਡ ਕਿੰਨੇ ਲਿਆ ਹੈ? ਸਿਧਾਂਤਾਂ ਲਈ ਸਟੈਂਡ ਕਿੰਨੇ ਲਿਆ ਹੈ? ਤੇ ਮਹਾਰਾਜ ਜੇ ਸਟੈਂਡ ਕੋਈ ਨਹੀਂ, ਹੁਣ ਸਤਿਗੁਰੂ ਜੀ ਕਹਿੰਦੇ ਨੇ ਜਿਹਦੇ ਕੋਲ ਸਟੈਂਡ ਨਹੀਂ, ਆਪੀ ਨੇ ਭੋਗ ਭੋਗ ਕਹਿ, ਬਿਨਾ ਸਟੈਂਡ ਵਾਲਾ ਜਿਹੜਾ ਜ਼ਿੰਦਗੀ 'ਚ ਰਿਹਾ। ਗੁਰੂ ਗ੍ਰੰਥ ਸਾਹਿਬ 'ਚ ਆਸਾ ਕੀ ਵਾਰ, ਇਹ ਪੌੜੀ ਮੇਰਾ ਖਿਆਲ ਸਭ ਨੂੰ ਯਾਦ ਵੀ ਹੋਣੀ ਹੈ। ਆਪੀ ਨੇ ਭੋਗ ਭੋਗ ਕਹਿ, ਹੋਏ ਪਸਮੜ ਭਉ ਰਸਦਾਇਆ। ਭੋਗੇ ਨਹੀਂ ਦੁਨੀਆ, ਜਦੋਂ ਭੋਗ ਕੇ ਜਾਣ ਲੱਗਾ, ਵੱਡਾ ਹੋਆ ਦੁਨੀਦਾਰ, ਗਲ ਸੰਗਲ ਘੱਤ ਚਲਾਇਆ। ਮਹਾਰਾਜ ਇਹ ਕਿਉਂ ਹੋਇਆ? ਕਹਿਣਗੇ ਬਿਨਾਂ ਸਟੈਂਡ ਵਾਲਾ ਸੀ, ਤਾਂ ਹੀ ਗਲ 'ਚ ਸੰਗਲ ਪੈ ਗਏ ਨਾ, ਤਾਂ ਹੀ ਅੱਗੇ ਧੋਇਆ ਗਿਆ। ਕਿਉਂਕਿ ਸਤਿਗੁਰ ਦੀ ਬਾਣੀ ਕਹਿੰਦੀ ਏ, ਕਹਿਣ ਲੱਗੀ ਯਾਦ ਰੱਖੀ ਜਿਹਦੇ ਕੋਲ ਇੰਨਾ ਹੀ ਨਹੀਂ, ਅੱਜ ਸਿਰ ਗੁਰਦੁਆਰੇ ਝੁਕਿਆ, ਦੁਪਹਿਰ ਪਈ ਤੇ ਉਹਦੇ ਗੁੱਟ ਦੇ ਉੱਤੇ ਮੌਲੀਆਂ ਧਾਗੇ ਨੇ, ਸ਼ਾਮ ਪਈ ਤੇ ਕਬਰਾਂ ਕੋਲ ਜਾ ਕੇ ਝੁਕਣ ਲੱਗ ਪਿਆ। ਕਹਿਣ ਲੱਗੇ ਉਹ ਸਾਈਕਲ ਜਿਹਦਾ ਸਟੈਂਡ ਹੀ ਕੋਈ ਨਹੀਂ, ਜਿਹਦੀ ਜ਼ਿੰਦਗੀ ਦਾ ਸਟੈਂਡ ਕੋਈ ਨਹੀਂ, ਨਾ ਗੁਰੂ ਤੇ ਭਰੋਸਾ ਨਾ ਮਾਲਕ ਤੇ। ਖੈਰ ਮੈਂ ਜਿਹੜੀ ਇਤਿਹਾਸ ਵਿੱਚੋਂ ਬੇਨਤੀ ਕਰਨ ਲੱਗਾ ਸਾਂ, ਨੌਜਵਾਨੋ ਆਪਣੇ ਗੁਰੂ ਲਈ ਕੁਰਬਾਨ ਹੋਣ ਦੀ ਜਜ਼ਬੇ ਰੱਖੀਏ, ਗੁਰੂ ਦੇ ਸ਼ਬਦ ਨੂੰ ਕਮਾਈਏ, ਤੇ ਕਮਾਉਣ ਤੋਂ ਬਾਅਦ ਅੱਗੇ ਤੁਰਾਂਗੇ, ਗੁਰੂ ਤੇ ਭਰੋਸਾ ਰੱਖੀਏ। ਹੁਣ ਬਾਣੀ ਚੋਂ ਹਵਾਲਾ ਦੇਣ ਲੱਗਾ ਸਾਂ, ਗੁਰੂ ਅਮਰਦਾਸ ਸਾਹਿਬ ਜੀ ਬੈਠੇ ਨੇ ਗੋਇੰਦਵਾਲ ਸਾਹਿਬ। ਗੋਇੰਦਵਾਲ ਸਾਹਿਬ ਜਿਹੜੀ ਜਗ੍ਹਾ ਹੈ ਨਾ ਸਾਡੀ, ਸ਼ਾਇਦ ਆਪ ਨੂੰ ਪਤਾ ਹੋਵੇ, ਸਿੱਖ ਇਤਿਹਾਸ ਨਾਲ ਇਹਦੀਆਂ ਬੜੀਆਂ ਯਾਦਾਂ ਨੇ ਇਸ ਜਗ੍ਹਾ ਦੀਆਂ। ਪਹਿਲੀ ਗੋਇੰਦਵਾਲ ਸਾਹਿਬ ਨਾਲ ਸਾਡੀ ਯਾਦ, ਇਹ ਉਹੀ ਥਾਂ ਹੈ ਜਿੱਥੇ ਕਦੀ ਧੰਨ ਗੁਰੂ ਰਾਮਦਾਸ ਸਾਹਿਬ ਨੇ ਸਿਰ ਤੇ ਟੋਕਰੀ ਢੋਈ ਸੀ। ਗੋਇੰਦਵਾਲ ਸਾਹਿਬ ਇਹ ਉਹੀ ਜਗ੍ਹਾ ਹੈ ਜਿੱਥੇ ਉਸ ਬਾਣੀ ਦਾ ਉਚਾਰਨ ਕੀਤਾ ਗਿਆ ਜਿਹੜੀ ਖੁਸ਼ੀ ਗਮੀ 'ਚ ਪੜੀ ਜਾਂਦੀ ਹੈ, ਆਨੰਦ ਸੁਣੋ ਵਡਭਾਗਿਓ। ਗੋਇੰਦਵਾਲ ਸਾਹਿਬ
ਇਹ ਉਹੀ ਪਾਕ ਪਵਿੱਤਰ ਜਗ੍ਹਾ ਹੈ ਜਿੱਥੇ ਸਿੱਖ ਕੌਮ ਦੇ ਵਾਧੇ ਲਈ ਉੱਥੇ 22 ਮੰਜੀਆਂ ਤੇ 52 ਪੀੜ੍ਹੀਆਂ ਦੀ ਸਥਾਪਨਾ ਕੀਤੀ ਗਈ। ਗੋਇੰਦਵਾਲ ਸਾਹਿਬ ਇਹ ਉਹੀ ਪਾਵਨ ਜਗ੍ਹਾ ਹੈ ਜਿਸ ਜਗ੍ਹਾ ਦੇ ਉੱਤੇ ਸਭ ਤੋਂ ਪਹਿਲਾਂ ਪਾਣੀ ਦੀ ਸੁੱਚ ਭਿੱਟ ਨੂੰ ਖਤਮ ਕਰਨ ਲਈ ਗੁਰੂ ਅਮਰਦਾਸ ਵੱਲੋਂ ਇੱਕ ਉਪਰਾਲਾ ਕੀਤਾ ਗਿਆ। ਇੱਥੇ ਹੀ ਅਕਬਰ ਵਰਗੇ ਵੀ ਨੰਗੇ ਪੈਰੀ ਆਏ। ਖੈਰ ਮੈਂ ਸਿਰਫ ਹਵਾਲਾ ਦੇ ਦਿਆਂ ਤਾਂ ਕਿ ਵਿਸ਼ਾ ਅੱਗੇ ਤੁਰ ਸਕੇ। ਇੱਥੇ ਨਾ ਜੀ ਉੱਚੀ ਜਾਤ ਵਾਲੇ ਪਾਣੀ ਨਾ ਭਰਨ ਦੇਣ, ਬਿਲਕੁਲ ਨਹੀਂ ਪਾਣੀ ਭਰਨ ਦਿੱਤਾ। ਤੇ ਮੈਂ ਇੱਕ ਹੋਰ ਬੇਨਤੀ ਕਰਾਂਗਾ, ਇਹ ਨਾ ਸੋਚਿਓ ਭਾਈ ਸਾਹਿਬ ਸਟੇਜ ਤੇ ਕਿਵੇਂ ਦੀ ਗੱਲ ਕਰਦੇ ਨੇ। ਪਿੱਛੇ ਜੇ ਇੱਕ ਫਿਲਮ ਰਿਲੀਜ਼ ਹੋਈ ਸੀ ਸ਼ੂਦਰਾ ਮੂਵੀ ਆਈ, ਤੁਸੀਂ ਮੰਨਣਾ ਨਹੀਂ, ਉਸ ਫਿਲਮ ਰਾਹੀਂ ਇਹ ਚੀਜ਼ ਸਾਹਮਣੇ ਲਿਆਂਦੀ ਗਈ ਵੀ ਹਿੰਦੁਸਤਾਨ ਦੇ ਵਿੱਚ ਸ਼ੂਦਰਾਂ ਦਾ ਕੀ ਹਾਲ ਸੀ। ਤੇ ਜੇ ਮੈਨੂੰ ਗੁਰੂ ਨੇ ਮੌਕਾ ਦਿੱਤਾ ਨਾ, ਮੈਂ ਕੱਲ ਨੂੰ ਤੁਹਾਡੇ ਨਾਲ ਬੇਨਤੀ ਕਰਾਂਗਾ ਕੌਡਾ ਰਾਖਸ਼ ਕੌਣ ਸੀ। ਸਾਨੂੰ ਤੇ ਵੀ ਨਹੀਂ ਪਤਾ ਵੀ ਕੌਡਾ ਰਾਖਸ਼ ਕੌਣ ਸੀ। ਉਹ ਇੱਕ ਸਮੇਂ ਦਾ ਲਤਾੜਿਆ ਹੋਇਆ ਇਨਸਾਨ ਸੀ, ਰਾਖਸ਼ ਨਹੀਂ ਸੀ, ਉਹ ਸਮੇਂ ਦਾ ਲਤਾੜਿਆ ਹੋਇਆ। ਜੇ ਕੱਲ ਗੁਰੂ ਨੇ ਮੈਨੂੰ ਮੱਤ ਦਿੱਤੀ, ਮੈਂ ਖੈਰ ਬੇਨਤੀ ਕਰਨ ਲੱਗਾ, ਸ਼ੂਦਰ ਦੇ ਨਾਲ ਹਿੰਦੁਸਤਾਨ ਵਿੱਚ ਕੀ ਨਹੀਂ ਹੋਇਆ। ਜਿਸ ਛੱਪੜ ਵਿੱਚ ਅਮੀਰਾਂ ਦੇ ਡੰਗਰ ਨਹਾਉਂਦੇ ਸਨ ਨਾ, ਉਸ ਛੱਪੜ ਦੇ ਵਿੱਚ ਅਗਰ ਸ਼ੂਦਰ ਬੰਦਾ ਮਰਦਾ ਪਿਆ, ਪਾਣੀ ਦਾ ਘੁੱਟ ਨਹੀਂ ਸੀ ਮਿਲਦਾ। ਅਮੀਰ ਤੇ ਪਸ਼ੂ ਨਹਾ ਸਕਦੇ ਨੇ ਛੱਪੜ ਵਿੱਚ, ਗਰੀਬ ਦੇ ਮੂੰਹ 'ਚ ਪਾਣੀ ਦਾ ਘੁੱਟ ਨਹੀਂ ਉਸ ਛੱਪੜ ਦਾ ਜਾ ਸਕਦਾ। ਗਰੀਬ ਦੇ ਪੈਰਾਂ ਦੇ ਵਿੱਚ ਇੱਕ ਟੱਲੀ ਬੰਨੀ ਹੋਈ ਹੈ ਗਲ ਦੇ ਵਿੱਚ, ਤਾਂ ਕਿ ਸ਼ੂਦਰ ਆਵੇ ਟੱਲੀ ਖੜ ਕੇ ਪਤਾ ਲੱਗ ਜਾਏ ਕਿ ਸ਼ੂਦਰ ਆਉਂਦਾ, ਰਸਤਾ ਛੱਡ ਦਈਏ। ਉਹਦੇ ਪਿੱਛੇ ਬਕਾਇਦਾ ਝਾੜੂ ਬੰਨਿਆ ਹੋਇਆ ਹੈ ਤਾਂ ਕਿ ਜਿੱਥੋਂ ਸ਼ੂਦਰ ਲੰਘੇ ਉਹਦਾ ਰਾਹ ਸਾਫ਼ ਹੋ ਜਾਏ, ਉਹਦੇ ਪੈਰਾਂ ਦੇ ਨਿਸ਼ਾਨ ਵੀ ਨਾ ਰਹਿਣ। ਖੈਰ ਮੈਂ ਜਿਹੜੀ ਬੇਨਤੀ ਕਰਨ ਲੱਗਾ ਸਾਂ, ਹਿੰਦੁਸਤਾਨ ਦੇ ਵਿੱਚ ਸ਼ੂਦਰ ਲਈ ਪਾਣੀ ਨਹੀਂ ਸੀ। ਧੰਨ ਗੁਰੂ ਅਮਰਦਾਸ ਸਾਹਿਬ ਨੇ ਪਾਣੀ ਦੀ ਬੌਲੀ ਸਾਹਿਬ ਦਾ ਨਿਰਮਾਣ ਕਰਾਇਆ। ਜਿੱਦਣ ਬੌਲੀ ਸਾਹਿਬ ਦਾ ਨਿਰਮਾਣ ਹੋਇਆ ਨਾ ਜੀ, ਬੌਲੀ ਸਾਹਿਬ ਦੀ ਖੁਦਵਾਈ ਕੀਤੀ ਗਈ। ਖੁਦਵਾਈ ਕਰਨ ਤੋਂ ਬਾਅਦ ਜਦੋਂ ਬੌਲੀ ਸਾਹਿਬ ਦਾ ਲੱਗੇ ਕੜ ਤੋੜਨ, ਕਹਿੰਦੇ ਨੇ ਕੜ ਤੋੜਨ ਲੱਗੇ, ਸ਼ਾਮ ਪੈ ਗਈ। ਸਿੱਖ ਕਹਿੰਦੇ ਨੇ ਸੱਚੇ ਪਾਤਸ਼ਾਹ ਕੜ ਟੁੱਟੇਗਾ ਜ਼ਰੂਰ, ਪਰ ਤੁਹਾਨੂੰ ਇੱਕ ਬੇਨਤੀ ਹੈ, ਬੌਲੀ ਸਾਹਿਬ ਦਾ ਜਿੰਨੇ ਵੀ ਕੜ ਤੋੜਿਆ ਨਾ, ਥੱਲਿਓਂ ਪੱਥਰ ਦਿਓ ਪਾਣੀ ਨਿਕਲੇਗਾ ਜ਼ਮੀਨ ਵਿੱਚੋਂ। ਹੋ ਸਕਦਾ ਹੈ ਕੜ ਤੋੜਨ ਵਾਲਾ ਪਾਣੀ ਦੇ ਵਿੱਚ ਹੀ ਰਹਿ ਜਾਏ, ਹੋ ਸਕਦਾ ਹੈ ਕਿ ਜਿੰਨੇ ਕੜ ਤੋੜਨਾ ਪਾਣੀ ਦੇ ਵਿੱਚ ਹੀ ਰਹਿ ਜਾਏ। ਧੰਨ ਗੁਰੂ ਅਮਰਦਾਸ ਜੀ ਕਹਿਣ ਲੱਗੇ, ਇੱਕ ਕੰਮ ਕਰੋ, ਅੱਜ ਦਾ ਦਿਨ ਤੁਸੀਂ ਰਹਿਣ ਦਿਓ, ਕੱਲ ਦਿਨ ਚੜ੍ਹੇਗਾ, ਇਹਦਾ ਵੀ ਪ੍ਰਬੰਧ ਕੀਤਾ ਜਾਏਗਾ। ਹੁਣ ਧਿਆਨ ਦਿਆ ਜੇ ਅੱਜ ਦੀ ਜਵਾਨੀ ਤੇ ਉਸ ਸਮੇਂ ਦੀ ਨੌਜਵਾਨ ਕਿਸ ਪਾਸੇ ਨੂੰ ਕੰਪੇਅਰ ਕਰਕੇ ਵੇਖਿਓ, ਅੱਜ ਦਾ ਜਵਾਨ ਕਿੱਥੇ ਖਲੋਤਾ ਹੈ, ਉਦੋਂ ਦੀ ਜਵਾਨੀ ਕਿੱਧਰ ਜਾ ਰਹੀ ਸੀ। ਕਹਿੰਦੇ ਨੇ ਜਦੋਂ ਦਿਨ ਚੜ੍ਹਿਆ, ਦੀਵਾਨ ਦਾ ਭੋਗ ਪਿਆ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਕਹਿਣ ਲੱਗੇ ਭਾਈ ਬੌਲੀ ਸਾਹਿਬ ਦਾ ਕੜ ਤੋੜਨਾ ਹੈ, ਉੱਠੋ ਕੋਈ ਜਣਾ, ਕੋਈ ਐਵੇਂ ਦਾ ਉੱਠੋ ਸੇਵਾਦਾਰ ਜਿਹੜਾ ਇਹ ਸੇਵਾ ਲੈ ਸਕੇ। ਕਹਿੰਦੇ ਨੇ 18 ਸਾਲ ਦਾ ਨੌਜਵਾਨ ਇੱਕੋ ਦਮ ਉੱਠਿਆ ਛਾਲ ਮਾਰ ਕੇ, 18 ਸਾਲ ਦਾ ਗੱਭਰੂ ਜਦੋਂ ਇੱਕੋ ਦਮ ਉੱਠਿਆ, ਝੋਲੀ ਅੱਡ ਕੇ ਕਹਿੰਦਾ ਸਤਿਗੁਰੂ ਸੇਵਾ ਮੇਰੀ ਝੋਲੀ ਵਿੱਚ ਪਾਓ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਨੇ, ਕਹਿਣ ਲੱਗੇ ਬੇਟਾ ਪੂਰੀ ਬਾਤ ਤਾਂ ਸਮਝ ਲਓ, ਤੁਸੀਂ ਕਹਿ ਤੇ ਦਿੱਤਾ ਕਾਲੀ ਨਾਲ ਕਿ ਇਹ ਸੇਵਾ ਮੇਰੀ ਝੋਲੀ 'ਚ ਪਾਓ, ਪਰ ਬੇਟਾ ਜਿੰਨੇ ਬੌਲੀ ਸਾਹਿਬ ਦਾ ਕੜ ਤੋੜਿਆ, ਪਾਣੀ ਬਹੁਤ ਨਿਕਲ ਸਕਦਾ ਹੈ ਜ਼ਮੀਨ ਵਿੱਚੋਂ। ਹੋ ਸਕਦਾ ਹੈ ਵੀ ਕੜ ਤੋੜਨ ਵਾਲਾ ਪਾਣੀ ਦੇ ਵਿੱਚ ਹੀ ਰਹਿ ਜਾਏ, ਹੋ ਸਕਦਾ ਹੈ। ਉਹਨੇ ਹੱਥ ਜੋੜ ਕੇ ਕਿਹਾ, ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰਿਓ, ਮੈਂ ਇਹ ਸੇਵਾ ਲਾਂਗਾ, ਪਰ ਇੱਕ ਮੇਰੇ ਤੇ ਕਿਰਪਾ ਕਰਿਆ ਜੇ, ਜਦੋਂ ਮੈਂ ਕੜ ਤੋੜਾਂ ਤੁਹਾਡੀ ਨਜ਼ਰ ਮੇਰੇ ਤੇ ਹੋਵੇ। ਹੁਣ ਸਿੱਖ ਮੰਗਦਾ ਕਿਤੇ ਗੁਰੂ ਤੋਂ ਨਜ਼ਰ, ਹੱਥ ਘਸ ਗਏ ਗੁਰੂ ਕੋਲੋਂ ਕੋਠੀਆਂ ਮੰਗਦਿਆਂ। ਗੁਰੂ ਕੇ ਸਿੱਖੋ ਜ਼ੁਬਾਨਾਂ ਘਸ ਗਈਆਂ ਗੁਰੂ ਕੋਲੋਂ ਬੱਚਿਆਂ ਲਈ ਸੁੱਖ ਮੰਗਦਿਆਂ। ਕਦੀ ਨਹੀਂ ਇਹਨੇ ਗੁਰੂ ਦੀ ਨਜ਼ਰ ਮੰਗੀ, ਕਦੀ ਵੀ। ਸਾਰੀ ਜ਼ਿੰਦਗੀ ਆਏ, ਗੁਰਦੁਆਰੇ ਆਏ, ਮੱਥਾ ਟੇਕਿਆ, ਕਦੀ ਨਹੀਂ ਝੋਲੀ ਭਰ ਕੇ ਕਿਹਾ ਬਾਪੂ ਇੱਕ ਨਜ਼ਰ ਆਪਣੀ ਕਰ ਦੇ। ਤੇ ਜਦੋਂ ਗੁਰੂ ਨਜ਼ਰ ਕਰਦਾ ਜੇ ਨਾ, ਬਾਣੀ ਚ ਇੱਕ ਹਵਾਲਾ ਦੇ ਦੇਣਾ, ਜਦੋਂ ਗੁਰੂ ਨਜ਼ਰ ਕਰਦਾ ਹੈ ਪਤਾ ਕੀ ਹੁੰਦਾ, ਕੱਚੋ ਕੰਚਨ ਭਇਓ ਸ਼ਬਦ ਗੁਰ ਸ਼ਰਵਣੈ ਸੁਣਿਓ, ਬਿਖਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਪਣਿਓ, ਲੋਹੋ ਹੋਇਓ ਲਾਲ, ਨਦਰ ਸਤਿਗੁਰ ਜਦ ਧਾਰੇ। ਹੁਣ ਸੱਚੇ ਪਾਤਸ਼ਾਹ ਦੀ ਬਾਣੀ ਹੈ,
ਲੋਹੋ ਹੋਇਓ ਲਾਲ, ਨਦਰ ਸਤਗੁਰ ਜਦ ਤਾਰੇ। ਹੁਣ ਮਹਾਰਾਜ ਦੀ ਬਾਣੀ ਕਹਿੰਦੀ ਲੋਹੇ ਨੂੰ ਵੀ ਕੀਮਤੀ ਲਾਲ ਬਣਾਉਂਦੀ ਏ ਗੁਰੂ ਦੀ ਨਦਰ। ਹੁਣ ਆਪ ਜੀ ਨੂੰ ਸ਼ਾਇਦ ਪਤਾ ਹੋਵੇ, ਕਿਉਂਕਿ ਮੈਂ ਗੱਲ ਨਦਰ ਦੇ ਅੱਗੇ ਕਿ ਜਿਹੜੇ ਜਪਜੀ ਸਾਹਿਬ ਦਾ ਪਾਠ ਕਰਨ ਵਾਲੇ ਨਿਤਨੇਮੀ ਸੱਜਣ ਹੋ ਨਾ, ਤੁਹਾਨੂੰ ਕੋਈ ਵੀ ਬੰਦਾ ਸਵਾਲ ਕਰਦੇ ਜਪਜੀ ਸਾਹਿਬ ਦੀ ਆਰੰਭਤਾ ਕਿੱਥੋਂ ਹੈ, ਜਪਜੀ ਸਾਹਿਬ ਦੀ ਸਮਾਪਤੀ ਕਿੱਥੋਂ, ਅਸੀਂ ਕਹਾਂਗੇ ਜੀ ਸਮਾਪਤੀ ਹੈ ਪਵਨ ਗੁਰੂ ਪਾਣੀ ਪਿਤਾ, ਆਰੰਭਤਾ ਆਦ ਸੱਚ ਜੁਗਾਦ ਸੱਚ। ਕਿਤੇ ਸਿਧਾਂਤ ਦੀ ਗੱਲ ਕਰੋ, ਜਪਜੀ ਸਾਹਿਬ ਦੀ ਆਰੰਭਤਾ ਹੁੰਦੀ ਹੈ ਹੁਕਮ ਤੋਂ। ਧਿਆਨ ਦਿਆ ਜੀ, ਜਪਜੀ ਸਾਹਿਬ ਦੀ ਆਰੰਭਤਾ ਹੁੰਦੀ ਹੁਕਮ ਤੋਂ, ਪਰ ਜਪਜੀ ਸਾਹਿਬ ਦਾ ਭੋਗ ਹੁਕਮ ਤੇ ਨਹੀਂ ਜੇ ਪੈਂਦਾ। ਕਿਉਂ? ਜਦੋਂ ਗੱਲ ਆਰੰਭਤਾ ਦੀ ਕਰਾਂਗੇ ਅਸੀਂ ਕਹਾਂਗੇ ਗੁਰੂ ਸਾਹਿਬ ਦੀ ਪਹਿਲੀ ਪੌੜੀ ਚ ਆਉਂਦਾ ਹੈ ਕਿ ਸਚਿਆਰਾ ਹੋਈ ਹੈ ਕਿ ਕੂੜਾ ਟੁੱਟੈ ਪਾਲ। ਬਾਬਾ ਜੀ ਕਹਿੰਦੇ ਹੁਕਮ ਰਜ਼ਾਈ ਚੱਲਣਾ, ਫਿਰ ਪੜਿਓ ਹੁਕਮ ਰਜ਼ਾਈ ਚੱਲਣਾ। ਹਾਂਜੀ, ਹੁਕਮ ਤੋਂ ਹੋ ਗਈ ਨਾ ਗੱਲ ਸ਼ੁਰੂ। ਮਹਾਰਾਜ ਨੇ ਜਪਜੀ ਸਾਹਿਬ ਦੀ ਆਰੰਭਤਾ ਕੀਤੀ ਹੁਕਮ ਤੋਂ, ਪਰ ਜਿੱਦਣ ਜਪਜੀ ਸਾਹਿਬ ਦੀ ਪੌੜੀ ਤੇ ਪਹੁੰਚੇ ਖੀਰ ਤੇ ਲੱਗੇ ਭੋਗ ਪਾਣ, ਹੁਣ ਗੱਲ ਕਿੱਥੇ ਲੈ ਗਏ? ਕਹਿਣਗੇ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ। ਕੀ ਕਾਰਨ? ਕਦੀ ਗੁਰੂ ਨੂੰ ਪੁੱਛਿਆ? 40-40 ਸਾਲ ਤੋਂ ਪਾਠ ਹੁੰਦਾ ਪਿਆ, ਕਦੀ ਗੁਰੂ ਗ੍ਰੰਥ ਸਾਹਿਬ ਨੂੰ ਪੁੱਛਿਆ ਬਾਬਾ ਜੀ ਨੂੰ ਵੀ ਮਹਾਰਾਜ ਇਹ ਕੀ ਤੁਹਾਡੀ ਮਾਇਆ? ਜਪਜੀ ਸਾਹਿਬ ਦੀ ਆਰੰਭਤਾ ਹੁਕਮ ਤੋਂ ਕੀਤੀ ਹੋ ਜੇ, ਭੋਗ ਨਦਰ ਤੇ ਪਾਇਆ ਕਿਉਂ? ਤੇ ਗੁਰਬਾਣੀ ਵਿੱਚੋਂ ਆਵਾਜ਼ ਆਵੇਗੀ ਭਲਿਆ ਨਦਰਾਂ ਰੱਬ ਦੀਆਂ ਉਹਨਾਂ ਤੇ ਹੁੰਦੀਆਂ ਨੇ ਜਿਹੜੇ ਗੁਰੂ ਦੇ ਹੁਕਮ ਵਿੱਚ ਤੁਰਨ। ਹੁਕਮ ਨਹੀਂ ਤੇ ਨਦਰ ਨਹੀਂ, ਹੁਕਮ ਹੈ ਤੇ ਨਦਰ ਹੈ। ਉਹ ਨੌਜਵਾਨ ਕਹਿਣ ਲੱਗਾ ਮੇਰੇ ਤੇ ਨਦਰ ਕਰਿਓ, ਕਿਉਂਕਿ ਤੁਹਾਡੀ ਨਦਰ ਨਾਲ ਹੀ ਮੈਂ ਸਭ ਕੁਝ ਕਰ ਸਕਣਾ। ਹੁਣ ਜਦੋਂ 18 ਵਰੇ ਦਾ ਗੱਭਰੂ, ਉਹਨੇ ਕਿਹਾ ਮੈਂ ਕੜ ਮੈਂ ਤੋੜਾਂਗਾ, ਤੁਸੀਂ ਨਦਰ ਕਰਿਓ। ਸ਼ਰਾਰਤੀ ਵੀ ਲੋਕ ਹੁੰਦੇ ਨੇ, ਇੱਕ ਨੇ ਕਿਹਾ ਕਹਿਣ ਲੱਗਾ ਗੁਰੂ ਨਦਰ ਕਰੇਗਾ ਤੇ ਕੀ ਹੋ ਜਾਏਗਾ? ਉਹਨੇ ਹੱਸ ਕੇ ਕਿਹਾ ਕਹਿਣ ਲੱਗੇ ਗੁਰੂ ਦੀ ਬਾਣੀ ਕਦੀ ਪੜ੍ਹੀ ਆ? ਮੇਰਾ ਪਹਿਲਾ ਪਾਤਸ਼ਾਹ ਕਹਿੰਦਾ ਚਿੱਤੈ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਂਦਾ, ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਏਂਦਾ, ਵੱਡੋ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦੇ ਲਾਏਂਦਾ। ਡਰ ਕੇ ਗੁਰੂ ਤੁਰੀਏ ਕਿਉਂਕਿ ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾ ਕਰਾਏਂਦਾ। ਦਰ ਮੰਗਣ ਭਿੱਖ ਨਾ ਪਾਏਂਦਾ। ਉਹਨੇ ਨਦਰ ਮੰਗੀ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਖੁਸ਼ ਹੋਏ, ਕਹਿਣ ਲੱਗੇ ਕੜ ਤੋੜੋ। ਨੌਜਵਾਨ ਗਿਆ ਜੀ ਕੜ ਤੋੜਨ। ਜਦੋਂ ਬੌਲੀ ਸਾਹਿਬ ਦਾ ਕੜ ਤੋੜਨ ਗਿਆ, ਇਹਦੀ ਮਾਂ ਨੂੰ ਕਿਸੇ ਨੇ ਜਾ ਕੇ ਕਿਹਾ, ਕਹਿਣ ਲੱਗੇ ਨਹੀਂ ਤੇਰਾ ਤੇ ਪੁੱਤਰ ਜਾ ਕੇ ਅੱਜ ਕੜ ਲੱਗਾ ਤੋੜਨ, ਅੱਗੇ ਤੂੰ ਵਿਧਵਾ ਹੈ, ਬੱਚੇ ਦੇ ਸਹਾਰੇ ਤੇ ਜਿਉਣੀ ਹੈ, ਤੈਨੂੰ ਕਿੰਨੇ ਰੱਖਣਾ ਹੈ? ਆਪਣੇ ਪਿੰਡੋਂ ਆਈ। ਜਦੋਂ ਗੁਰੂ ਅਮਰਦਾਸ ਸਾਹਿਬ ਦੇ ਸਾਹਮਣੇ ਹੱਥ ਜੋੜ ਕੇ ਕਹਿੰਦੀ ਹੈ ਪਾਤਸ਼ਾਹ ਪਤੀ ਸਿਰ ਤੋਂ ਚਲਾ ਗਿਆ ਹੈ, ਪੁੱਤਰ ਦੇ ਸਹਾਰੇ ਤੇ ਜਿਉਣੀ ਆ, ਕੱਲ ਨੂੰ ਆਸਰਾ ਬਣੇਗਾ। ਮੈਂ ਸੁਣਿਆ ਮੇਰਾ ਪੁੱਤਰ ਬੌਲੀ ਦਾ ਕੜ ਤੋੜਨ ਲੱਗਾ ਹੈ, ਅੱਜ ਜੇ ਮੇਰਾ ਪੁੱਤਰ ਪਾਣੀ ਵਿੱਚ ਰਹਿ ਗਿਆ ਮੈਂ ਕਿਹਦੇ ਆਸਰੇ ਜਿਵਾਂਗੀ? ਹੁਣ ਵੇਖੋ ਜਿਨ੍ਹਾਂ ਕੋਲ ਸਟੈਂਡ ਹੈ, ਗੁਰੂ ਤੇ ਭਰੋਸਾ ਹੈ, ਮੈਂ ਕਿਹਦੇ ਆਸਰੇ ਜਿਵਾਂਗੀ? ਧੰਨ ਗੁਰੂ ਅਮਰਦਾਸ ਹੱਸ ਕੇ ਕਹਿਣ ਲੱਗੇ ਅਸੀਂ ਤੇਰੇ ਪੁੱਤਰ ਦਾ ਨਾਂ ਨਹੀਂ ਪੁੱਛਿਆ, ਉਹਨਾਂ ਦਾ ਨਾਂ ਕੀ ਰੱਖਿਆ ਹੈ? ਹੱਥ ਜੋੜ ਕੇ ਕਹਿੰਦੀ ਮੈਂ ਬੜੇ ਲਾਡਾਂ ਨਾਲ ਨਾਂ ਰੱਖਿਆ ਸੀ ਮਾਨਕ। ਤੇ ਗੁਰੂ ਪੜਦੇ ਪਾਣ ਵਾਲਾ ਹੱਸ ਕੇ ਕਹਿਣ ਲੱਗਾ ਫਿਰ ਦਿਲ ਕਿਉਂ ਛੋਟਾ ਕਰਨੀ ਏ? ਪਾਣੀਆਂ ਵਿੱਚ ਪੱਥਰ ਡੁੱਬਦੇ ਨੇ, ਪਾਣੀਆਂ ਵਿੱਚ ਕਦੀ ਮਾਨਕ ਨਹੀਂ ਡੁੱਬੇ। ਮਾਨਕ ਨੂੰ ਪਾਣੀ ਨਹੀਂ ਡੋਬਦਾ। ਹੁਣ ਯਾਦ ਰੱਖਿਓ ਸਮਰੱਥ ਗੁਰੂ ਏ, ਸਮਰੱਥ ਗੁਰੂ ਦਾ ਘਰ ਏ। ਜੇ ਗੁਰੂ ਦੇ ਸ਼ਬਦ ਤੇ ਭਰੋਸਾ ਹੋਵੇ। ਭਾਈ ਮਾਨਕ ਬੌਲੀ ਚੋਂ ਬਾਹਰ ਆਇਆ ਤੇ ਇਤਿਹਾਸ ਵਿੱਚੋਂ ਇਹ ਬਕਾਇਦਾ ਡਾਕਟਰ ਰਤਨ ਸਿੰਘ ਜੱਗੀ ਨੇ ਇੱਕ ਹਵਾਲਾ ਦਿੱਤਾ ਹੈ। ਭਾਈ ਮਾਨਕ ਨੂੰ ਜਿਹੜੇ 52 ਪੀੜੇ ਸਨ ਉਹਨਾਂ ਵਿੱਚੋਂ ਸੇਵਾ ਮਿਲੀ। ਖੈਰ ਆਪਾਂ ਹੁਣ ਬੇਨਤੀ ਲੱਗੇ ਸਾ ਕਰਨ, ਜਿੱਥੋਂ ਗੱਲ ਤੋਰੀ ਸਤਿਗੁਰੂ ਕਹਿੰਦੇ ਨੇ ਜੇ ਤੈਨੂੰ ਗੁਰੂ ਨੇ ਤੌਫੀਕ ਦਿੱਤੀ ਏ, ਜ਼ਿੰਦਗੀ ਦਿੱਤੀ ਏ, ਇਹਦੇ ਵਿੱਚ ਤੇਰੇ ਕੋਲ ਭਲਕਾ ਹੈ ਤੇ ਕੋਸ਼ਿਸ਼ ਕਰੀ ਅੰਮ੍ਰਿਤ ਵੇਲੇ ਤੇਰੇ ਕੋਲ ਉਹਦਾ ਜਪ ਹੋਵੇ, ਉਹਦੀ ਬੰਦਗੀ ਹੋਏ। ਹੁਣ ਸਤਿਗੁਰੂ ਜੀ ਕਹਿਣ ਲੱਗੇ ਜਦੋਂ ਅੰਮ੍ਰਿਤ ਵੇਲੇ ਜਪ ਕਰੇਗਾ ਗੁਰਸਿੱਖ ਭਲਕੈ ਉੱਠ ਕਰ ਅੰਮ੍ਰਿਤ ਵੇਲੇ ਸਰਨਾ ਬੰਦਾ। ਅਗਲੀ ਪੰਕਤੀ ਗੁਰ ਕੈ ਬਚਨ ਉਚਾਰ ਕੈ ਧਰਮ ਸ਼ਾਲ ਦੀ ਸੁਰਤ ਕਰਨ ਦਾ। 3 ਬੰਦੇ ਅੰਮ੍ਰਿਤ ਵੇਲੇ ਉੱਠਦੇ ਨੇ। ਮੈਂ ਤੇ ਵੀ ਬੇਨਤੀ ਕਰਾਂਗਾ, ਮੈਨੂੰ ਇਹ ਨਾ ਕਿ ਮੈਂ ਅੱਜ ਇੱਥੇ ਟੀਚਰ ਬਣ ਕੇ ਬੇਨਤੀ ਕਰਨ ਲੱਗਾ, ਨਹੀਂ, ਇੱਕ ਸਿੱਖਣ ਵਾਲਾ ਸਿਖਿਆਰਥੀ ਬਣ ਕੇ
गुरु कोलों अरदास करके ये ना मंगिया जे अमृत वेले उठन दी दात दे, अरदास करो अमृत वेला संभालन दी दात दे। फर्क जे इस चीज में फर्क है। अमृत वेले उठना कुछ होर गल है, अमृत वेला संभालना कुछ होर गल है। तीन बंदे अमृत वेले उठे ने, पर तिन्ना दा उठना इको जिहा थोड़ा है। सब तो पहला एक रोगी हस्पताल दे विच लम्मा पिया है, सारी रात वो विलक के उन्हें कट दी। उन्होंने जदों वक्खी विच दर्द होया, पसलियां विच पीड़ होई, अमृत वेले वो भी अपने बैड ते हाय हाय पिया करदा है कि ओदा अमृत वेला परवान है। ध्यान दिया जे अमृत वेले उठना कुछ होर गल है, अमृत वेला संभालना कुछ होर गल है। कि जेड़ा बैड दे उत्ते हाय हाय पिया करदा है, ओदा अमृत वेला उठिया परवान होवेगा? वो रोग नाल तड़फदा पिया है। दूजी बात, एक बंदा अमृत वेले उठिया है, हालांकि कबीर साहब ने भी हवाला दिता है। कबीर जी कहन लगे जदों लोग सुते पे ने, चोर उठदा है, मोढे ते धरी लज, हाथ दे विच फड़िया औजार, कहन लगे लज रस्सी लैके चोरी करन तुर पिया है। उधर अमृत वेले रब दे नां दा टाइम है, चोर चोरी नूं जग तुर पिया है। कबीर जी कहन लगे दुआई रब दी, चोर कदी नहीं बख्शिया जाएगा। उठिया अमृत वेले चोर भी है, पर ओदा अमृत वेला परवान नहीं। सियाणे कहंदे ने जेड़ा तीजा भोगी भी अमृत वेले जागदा है विकार कमान लई, भोगी नूं कदी भी अमृत वेले रब दी खैर नहीं पएगी। भोगी विकार भोगण वाला, रोगी बैड दे उत्ते जागदा पिया है, अमृत वेले रोगी भी जागदा है, पर रोगी दा अमृत वेला परवान नहीं। उन्होंने तीजी गल की कहणगे भोगी भी जागया, रोगी भी जागया, पर एक सी रब दी कृपा वाला, वो सी जोगी। जदों जोगी अमृत वेले जागया, बाबा नानक जी कहते सदके जा तेरे तो जपन वालिया, तेरे पैरां दी धूड़ मिल जे जिन्हां नूं रब सवास सवास चेते वे। बाणी चो हवाले ने। असी कई बारी कहने आ ना, महाराज सानू चरनां दी धूड़ दे, ते झट कहीदा नहीं जी इन्नी निमरता। मैं बेनती करा, तुसी ते केवल चरनां दी धूड़ दी गल करदे हो। पंजवें पातशाह नूं पढ़ के वेखियो बाणी विचों, सतगुर कहंदे ने मैनूं नहीं चरनां दी धूड़ चाहीदी, मैं नहीं मंगदा चरनां दी धूड़। गुरु अर्जुन देव साहब जी की मंगदे हो? कहन लगे अंतर जामी पुरख विदाते, शरदा मन की पूरे, नानक दास यह सुख मांगे मोको कर। ये नहीं कहा मैनू धूड़ दे, कहन लगे मोको कर, मैनू बना चरना दी धूड़। चरना दी धूड़ मंगना होर गल है, चरना दी धूड़ बन जाना होर गल है। खैर मैं जी बेनती कर रहा सा, रोगी भोगी ते जोगी तिन्ने अमृत वेले उठे। भाई गुरदास कहते ने जब जोगी उठिया ना, जोग कमान वाला, वैसे जोगी का अर्थ होंदा है मिलाप, 2+2 जोग, मिलाप। मिलाप करने वाला जो उठिया कह लगे गुर सिख भलकै उठ कर अमृत वेले सरना बंदा, गुर कै बचन उचार कह धर्मशाल दी सुरत करंदा। हुण गुरु दे बचन मैं कहना इस पंक्तियां च, ये जिन्नियां सौखियां पंक्तियां ने ना नौजवानों, ਇਹਦੀ फिलासफी बड़ी डूंगी है। पहला नहीं महाराज ने क्या भी उठदियां सार गुरुद्वारे जा, कह लगे गुरुद्वारे चलना पहला घरों जप के जा, गुर कै बचन उचार कै, गुरु दे बचन उचार के जा, धर्मशाल दी सुरत करंदा, धर्मशाल विच जा। कह लगे इन्हां वे सड़िया भुजे ही गुरुद्वारे वड़ जाए, ये ना वे घरों कलेशां दी पंड सिर ते धर के गुरुद्वारे आ जाए। नहीं, किन्नी गुरु साहब दी पंक्ति च रमा जे। कह लगे गुर कै बचन उचार कै, अपने मन नूं गुरु नाल जोड़ के आ। जदों धर्मशाल विच आ जाएगा ना, गुरु दी बाणी पढ़ेगा, सच्चे पातशाह फिर की होएगा जी? जिन्हें तेरी बाणी नूं पढ़िया ओदे पढ़दे पाएगा, जिन्हें तेरा जाप कीता ओदे ओले पहणगे। भाई गुरदास ने ते कारी कमाल दिती। भाई साहब कहंदे ने धीआं वालियां नूं पुछ के वेखियो, जदों धी प्यो दे वेड़े च हुंदी है ना, उस वेड़े दा ते जदों धी सहुरियां दे वेड़े विच हुंदी, उस वेड़े दा बड़ा फर्क जे। ध्यान दिओ बात दा। पुछया जी क्यों? कहन लगे बाप दे घर विच, पिता दे घर विच बच्ची होए ना, ते सारा दिन भावें काम नूं हथ ना लाए, सारा दिन भावें वो कुछ ना करे, उल्टा नुकसान करी जाए,
ਤੇ ਮਾਂ ਬਾਪ ਖੁਸ਼ ਹੋ ਕੇ ਉਹਦੇ ਔਗਣਾਂ ਨੂੰ ਪਾਸੇ ਕਰੀ ਜਾਂਦੇ ਨੇ। ਭਾਵੇਂ ਉਹ ਕੋਈ ਚੀਜ਼ ਛੋਟੀ ਬੱਚੀ ਤੋੜਦਾ ਹੈ, ਭੰਨਦਾ ਹੈ, ਕੁਝ ਵੀ ਨਾ ਘਰ ਵਿੱਚ ਕਰੇ, ਪਰ ਕਹਿਣ ਲੱਗੇ ਉਹਦੇ ਲਾਡਾਂ ਨੂੰ ਫਿਰ ਵੀ ਪਿਆਰ ਕਰਦੇ ਨੇ। ਪਰ ਭਾਈ ਸਾਹਿਬ ਕਹਿੰਦੇ ਨੇ ਜਿੱਦਣ ਉਹ ਬੱਚੀ ਵਿਆਹ ਕੇ ਸਹੁਰੇ ਘਰ ਜਾਂਦੀ ਹੈ ਨਾ, ਉਸ ਬੱਚੀ ਨੂੰ ਪੁੱਛ ਕੇ ਵੇਖਿਓ, ਪੇਕੇ ਘਰ ਵਿੱਚ ਲਾਡਾਂ ਨਾਲ ਗੱਲ ਤੁਰ ਪਏਗੀ, ਸਹੁਰੇ ਘਰ ਵਿੱਚ ਕਦਰ ਗੁਣਾਂ ਨਾਲ ਹੀ ਪਏਗੀ। ਉੱਥੇ ਲਾਡ ਨਹੀਂ ਕੰਮ ਆਉਣਗੇ। ਹੁਣ ਗੱਲ ਭਾਈ ਸਾਹਿਬ ਨੇ ਪਤਾ ਕੀ ਕਹੀ? ਕਹਿਣ ਲੱਗੇ ਸਿੱਖਾ, ਆਹ ਧਰਤੀ ਏ ਸਾਡੀ ਜਿੰਦ ਦਾ ਪੇਕਾ ਘਰ, ਇੱਥੇ ਅਸੀਂ ਸਾਰੇ ਪੇਕੇ ਆਏ ਪੇਵਕੜੈ। ਹੋ ਸਕਦਾ ਇੱਥੇ ਚਲਾਕੀਆਂ ਨਾਲ ਵੀ ਗੱਲ ਚੱਲ ਜਾਏ ਜਿਉਂਦਿਆਂ, ਹੋ ਸਕਦਾ ਇੱਥੇ ਚਤੁਰਾਈਆਂ ਨਾਲ ਵੀ ਤੇਰਾ ਲੋਕੀ ਪਾਣੀ ਭਰੀ ਜਾਣ, ਹੋ ਸਕਦਾ ਇੱਥੇ 19-21 ਕਰਕੇ ਵੀ ਤੇਰੀ ਗੱਡੀ ਚੱਲ ਪਏ। ਚੇਤੇ ਰੱਖੀ, ਬੱਚੀ ਪੇਕੇ ਘਰ ਵਿੱਚ ਹੋਵੇ, ਚਲਾਕੀਆਂ ਨਾਲ ਲਾਡਾਂ ਨਾਲ ਉੱਥੇ ਉਹਨੂੰ ਪਿਆਰ ਮਿਲਦਾ, ਮਾਣ ਮਿਲਦਾ, ਪਰ ਸਹੁਰੇ ਘਰ ਵਿੱਚ ਗੁਣਾਂ ਨਾਲ ਕਦਰ ਪੈਂਦੀ ਏ। ਸਿੱਖਾ, ਧਰਤੀ ਤੇ ਜਿਉਂਦਿਆਂ ਤੇ ਭਾਵੇਂ ਚਲਾਕੀਆਂ ਨਾਲ ਗੱਲ ਬਣ ਜੂਗੀ, ਜਿੱਦਣ ਦਰਗਾਹ ਵਿੱਚ ਕਿਤਾਬਾਂ ਖੁੱਲੀਆਂ ਉੱਥੇ ਤੇਰੀ ਕਮਾਈ ਦੇ ਹਿਸਾਬ ਨਾਲ ਲਿਖੇ ਹੋਣਗੇ। ਗੁਰਸਿੱਖ ਭਲਕੈ ਉੱਠ ਕਰ ਅੰਮ੍ਰਿਤ ਵੇਲੇ ਸਰਨਾ ਵੰਦਾ, ਗੁਰ ਕੈ ਬਚਨ ਉਚਾਰ ਕੈ ਧਰਮਸ਼ਾਲ ਦੀ ਸੁਰਤ ਕਰਨ ਦਾ। ਭਾਈ ਗੁਰਦਾਸ ਜੀ ਕਹਿਣ ਲੱਗੇ, ਨਹਿਰ ਕੁਵਾਰ ਕੰਨਿਆ ਲਾਡਲੀ ਕੈ ਮਾਨੀਅਤ। ਨਹਿਰ ਕੁਵਾਰ ਕੰਨਿਆ, ਪਿਤਾ ਦੇ ਘਰ ਵਿੱਚ ਕੁਆਰੀ ਬੱਚੀ, ਨਹਿਰ ਕੁਵਾਰ ਕੰਨਿਆ ਲਾਡਲੀ ਕੈ ਮਾਨੀਅਤ, ਵਿਆਹੇ ਸਸੁਰਾਰ ਜਾਏ ਗੁਣਨ ਕੈ ਮਾਨੀਏ। ਜਦੋਂ ਵਿਆਹ ਤੋਂ ਬਾਅਦ ਸਸੁਰਾਲ ਵਿੱਚ ਗਈ, ਗੁਨਾਹ ਕਰਕੇ ਮਾਨੀ, ਤੇ ਜਦੋਂ ਗੁਨਾਹ ਕਰਕੇ ਮਨੀ ਬਣਨ ਜੋ ਵਿਵਹਾਰ ਲੱਗ ਜਾਤ ਹੈ ਵਿਦੇਸ਼ ਪ੍ਰਾਣੀ, ਕਹੀਏ ਸਪੂਤ ਲਬ ਲੁਬਤ ਕੈ ਆਣੀਆਂ। ਕਹਿਣ ਲੱਗੇ ਪੁੱਤਰ ਤੇ ਕਈਆਂ ਤੇ ਜਾਂਦੇ ਨੇ ਵਪਾਰ ਕਰਨ, ਪਰ ਜਿਹੜੇ ਘਾਟੇ ਖਾ ਕੇ ਘਰ ਆ ਜਾਣ ਉਹ ਸਪੁੱਤਰ ਨਹੀਂ ਬਣੇ। ਸਪੁੱਤਰ ਉਹ ਹੁੰਦਾ ਜਿਹੜਾ ਕਮਾਈ ਕਰਕੇ ਘਰ ਆਵੇ। ਧਰਤੀ ਤੇ ਲੱਖਾਂ ਜਿੰਦਾਂ ਆਈਆਂ ਨੇ, ਚੇਤੇ ਰੱਖੋ ਉਹਨੂੰ ਹੀ ਆਓ ਬੈਠ ਦਰਗਾਹ ਵਿੱਚ ਹੋਏਗੀ ਜਿਹੜਾ ਇੱਥੇ ਜੀਵਨ ਕਮਾ ਕੇ ਜਾਏਗਾ, ਜਿਹਦੇ ਕੋਲ ਇੱਥੇ ਆਪਣਾ ਆਚਰਣ ਹੋਏਗਾ, ਕਿਰਦਾਰ ਹੋਏਗਾ। ਭਾਈ ਸਾਹਿਬ ਨੇ ਕਿਹਾ, ਜੈਸੇ ਤੋਂ ਸੰਗਰਾਮ ਸਮੇਂ ਪਰ ਦਲ ਮੈਂ ਅਕੇਲੋ ਜਾਏ। ਯੁੱਧ ਹੁੰਦਾ ਪਿਆ ਜੰਗ ਦੇ ਵਿੱਚ, ਪਰਾਏ ਦਲ ਦੇ ਵਿੱਚ, ਦੁਸ਼ਮਣਾਂ ਦੇ ਵਿੱਚ ਜਾ ਕੇ ਯੋਧਾ ਘਿਰ ਗਿਆ, ਉਹਨੂੰ ਇਧਰੋਂ ਵੀ ਕਿਸੇ ਨੇ ਘੇਰ ਲਿਆ, ਉਧਰੋਂ ਵੀ ਘੇਰ ਲਿਆ। ਭਾਈ ਸਾਹਿਬ ਕਹਿਣ ਲੱਗੇ, ਯੋਧਾ ਉਹ ਨਹੀਂ ਜਿਹੜਾ ਦੁਸ਼ਮਣਾਂ ਵਿੱਚ ਘਿਰ ਕੇ ਆਪਣੇ ਹਥਿਆਰ ਸੱਟਦਾ ਹੈ, ਯੋਧਾ ਉਹ ਹੈ ਜਿਹੜਾ ਘਿਰਿਆ ਹੋਇਆ ਵੀ ਆਪਣਾ ਹਥਿਆਰ ਪਕੜ ਕੇ ਉਹਨਾਂ ਦਾ ਮੁਕਾਬਲਾ ਕਰੇ ਤੇ ਜੰਗ ਜਿੱਤ ਕੇ ਆਪਣੇ ਘਰ ਵਿੱਚ ਆਏ। ਯੋਧਾ ਉਹ ਹੈ ਜਿਹੜਾ ਜੰਗ ਜਿੱਤ ਕੇ ਘਰ ਵਿੱਚ ਆਏ। ਕਹਿਣ ਲੱਗੇ ਸਿੱਖਾ, ਜਿੱਦਣ ਤੂੰ ਮਾਂ ਦੀ ਕੁੱਖ ਵਿੱਚੋਂ ਜਨਮ ਲਿਆ ਉਦਣ ਤੇਰਾ ਕੋਈ ਦੁਸ਼ਮਣ ਨਹੀਂ ਸੀ। ਬਸ ਪਹਿਲੇ ਦਿਨ ਹਵਾ ਲੱਗਣ ਦੀ ਢੇਰ ਸਭ ਤੋਂ ਪਹਿਲਾਂ ਤੇਰੀ ਜਿੰਦ ਦਾ ਦੁਸ਼ਮਣ ਬਣਿਆ ਤੇਰਾ ਮੋਹ। ਪਹਿਲੇ ਪਿਆਰ ਲੱਗਾ ਥਣ ਦੁੱਧ, ਪਿਆਰ ਮੋਹ, ਤੇਰੀ ਜਿੰਦ ਦਾ ਪਹਿਲਾ ਦੁਸ਼ਮਣ ਬਣਿਆ ਮੋਹ। ਕਹਿਣ ਲੱਗੇ ਮੋਹ ਇੰਨਾ ਵੱਧ ਗਿਆ, ਦੂਜੇ ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਬਸ ਇਧਰ ਮੋਹ ਤੁਰ ਪਿਆ। ਮਾਰੇ ਕਹਿੰਦੇ ਨੇ ਜਦੋਂ ਮੋਹ ਵਧਿਆ ਨਾ, ਮੋਹ ਨੇ ਆਵਾਜ਼ ਮਾਰੀ, ਮੋਹ ਆਪਣੇ ਨਾਲ ਮਮਤਾ ਨੂੰ ਵੀ ਲੈ ਆਇਆ। ਮੋਹ ਆਇਆ, ਮਮਤਾ ਆਈ। ਮਮਤਾ ਨੇ ਹੰਕਾਰ ਨੂੰ ਜਨਮ ਦਿੱਤਾ, ਪਕੜ ਨੂੰ ਜਨਮ ਦਿੱਤਾ। ਜਿੱਦਨ ਹੰਕਾਰ ਆ ਗਿਆ, ਕਹਿੰਦੇ ਨੇ ਮੱਥਾ ਟੇਕੋ ਇਸ ਹੰਕਾਰ ਨੂੰ, ਜਿਹੜੇ ਘਰ ਵਿੱਚ ਇਹ ਵੜ ਗਏ ਪੰਜਾਂ ਨੂੰ ਆਪਣੇ ਨਾਲ ਲੈ ਆਇਆ। ਸਭ ਤੋਂ ਦੀਰਘ ਰੋਗ ਹੈ ਹਉਮੈ। ਮਾਰੇ ਕਹਿੰਦੇ ਪੰਜ ਤੇਰੇ ਕੋਲ ਨੇ, ਕਾਮ ਤੇਰੇ ਅੱਗੇ ਅੜਿਆ ਬੈਠਾ, ਕ੍ਰੋਧ ਲੋਭ ਮੋਹ ਹੰਕਾਰ ਤੇਰੇ ਅੱਗੇ ਵੇ। ਸਤਿਗੁਰ ਜੀ ਭਾਈ ਗੁਰਦਾਸ ਜੀ ਕਹਿੰਦੇ ਨੇ, ਜੈਸੇ ਤੋਂ ਸੰਗਰਾਮ ਸਮੇਂ ਪਰ ਦਲ ਮੈਂ ਅਕੇਲੋ ਜਾਏ। ਜੰਗ ਹੋਏ, ਪਰਾਏ ਦਲ ਵਿੱਚ ਇਕੱਲਾ ਜਾਏ। ਕਹਿਣ ਲੱਗੇ ਜੀਤ ਆਵੇ ਸੋਈ ਸੂਰਾ ਸੁਬਟ ਪਹਿਚਾਨੀਐ। ਜਿਹੜਾ ਜਿੱਤ ਕੇ ਆਏ, ਉਹ ਜਦੋਂ ਤੈਨੂੰ ਪੰਜ ਵਿਕਾਰ ਪਾਉਂਦੇ ਹੋਣ, ਪੰਜ ਵਿਕਾਰ ਤੈਨੂੰ ਖਾਣ ਨੂੰ ਤਿਆਰ ਨੇ। ਬਾਬੇ ਨਾਨਕ ਦਾ ਯੋਧਾ ਤੇ ਤਾਂ ਹੀ ਹੈ ਜੇ ਪੰਜਾਂ ਵਿੱਚ ਘਿਰਿਆ ਹੋਇਆ ਵੀ ਨਿਤਨੇਮ ਦਾ ਲੜ ਨਾ ਛੱਡੇ। ਬਾਬੇ ਦਾ ਤਾਂ ਫਿਰ ਤਾਂ ਹੀ ਸਿੱਖੇ ਜੇ ਪੰਜਾਂ ਵਿੱਚ ਘਿਰੇ ਨੂੰ ਵੀ ਅੰਮ੍ਰਿਤ ਵੇਲਾ ਯਾਦ ਏ, ਉਸ ਵਕਤ ਵੀ ਤੇਰੇ ਕੋਲ ਬਾਣੀ ਏ। ਭਾਈ ਸਾਹਿਬ ਨੇ ਇਹ ਬਚਨ ਕਹੇ ਤੇ ਮੈਂ ਬੇਨਤੀ ਕਰਾਂ ਗੁਰੂ ਕੇ ਸਿੱਖੋ, ਜਿਨ੍ਹਾਂ ਕੋਲ ਅੰਮ੍ਰਿਤ ਵੇਲਾ ਹੈ ਨਾ, ਜਿਹੜੇ ਜਪਦੇ ਨੇ, ਮੈਂ ਇੱਕ ਹਵਾਲਾ ਲੈਣ ਲੱਗਾ ਇਤਿਹਾਸਿਕ ਪੱਖ ਤੋਂ, ਉਹਨਾਂ ਦਾ ਕਿੰਨਾ ਕੁ ਉੱਚਾ ਜੀਵਨ ਹੈ। ਇੱਕ ਕਵੀ ਹੋਇਆ, ਉਸ ਕਵੀ ਦਾ ਨਾਂ ਸੀ ਨਿਹਾਲ ਸਿੰਘ ਕੇਸਰੀ। ਜਿਹੜੇ ਤੁਸੀਂ ਅੰਮ੍ਰਿਤ ਵੇਲੇ ਗੁਟਕਾ ਸਾਹਿਬ ਫੜ ਕੇ ਬਾਣੀਆਂ ਪੜ੍ਹਦੇ ਹੋ ਨਾ, ਨਿਹਾਲ ਸਿੰਘ ਕੇਸਰੀ ਨੇ ਕੀਤੀ ਬੜੀ ਕਮਾਲ ਹੈ ਵੈਸੇ। ਉਹ ਕਹਿਣ ਲੱਗਾ ਜਦੋਂ ਸਿੰਘ ਬਾਣੀ ਪੜ੍ਹਦਾ ਹੈ, ਮਨ ਵਿੱਚ ਉਹਦੇ ਗੁਰੂ ਏ,
जीभ ते ओदे बाणी है। जदों बाणी पढ़दा गुरु का सिख चित ला के कहन लगे उस वक्त दो चीज़ां उहदे तो डरदियां ने, दो चीज़ां। कवि निहाल सिंह केसरी उन्हें बड़ा सोहना एक सवैया लिखिया है, कहन लगा दो चीज़ां उहदे तो डरदियां ने महाराज, केड़ियां केड़ियां? उन्हें पहला हवाला दिता, कहन लगे होत जब पुरात होत जब भोर तब होत है कनेरो दुख, चोरन के झुंड को चकोरन की चाल को। कहते ने जदों दिन चढ़दा है ना उस वक्त दुख हुंदा है एक ते चोरां दे झुंड नूं। सूरज चढ़िया, सूरज चढ़दियां सार चोरां नूं भी झोरा लग गया भी चोरी नहीं होनी। कहन लगे होत जब भोर तब होत है कनेरो दुख, चोरन के झुंड को चकोरन की चाल को। चकोर भी जदों दिन चढ़िया ते चकोर भी विलकी, क्योंकि चंद्रमा नहीं उन्होंने इश्क कर दी चंद्रमा नूं। चकोर भी दुखी हो गई ते चोर भी। होत जब चंद्रमा आकाश में प्रकाश है जब है, कहने लगे जदों चंद्रमा आकाश में चढ़ता है ना, होत जब चंद्रमा आकाश में प्रकाश है तब होत है संकोच कंज पंथ शामा बाल को। जदों चंद्रमा चढ़िया आसमान विच, कहने लगे चंद्रमा चढ़दियां सार कवल दे फुल जेड़े ने इन्हां नूं झोरा लग गया। ਉਹ ਤੇ ਨਾਲ ਕਹਿਣ ਲੱਗੇ ਜਦੋਂ ਚੰद्रमा ਚੜਿਆ ਤੇ ਚਕੋਰ ਵੀ ਵਿਲਕੀ ਵੀ ਸੂਰਜ ਚਕਵੀ ਵੀ ਵਿਲਕੀ ਕਿ ਸੂਰਜ ਕਿਉਂ ਨਹੀਂ ਚੜਿਆ। ਉਹਨੇ ਤੀਜੀ ਗੱਲ ਕੀ ਕਹਿਣ ਲੱਗੇ ਚੜ੍ਹਤ ਹੈ ਸਿੰਘ ਜਬ ਯੂਧ ਵੀਰ ਸੂਰ ਬਿਖੈ ਤਬੈ ਭੂਮੀ ਹੀਓ ਘਾਲੈ ਦੁਰਜਨ ਕਰਾਲ ਕੋ। ਕਵੀ ਨਿਹਾਲ ਸਿੰਘ ਕਹਿੰਦੇ ਨੇ ਸੂਰਜ ਚੜੇ ਚੋਰ ਅਤੇ ਚਕੋਰ ਝੁਰਦੀ ਏ। ਕਹਿਣ ਲੱਗੇ ਚੰद्रमा ਚੜੇ ਤੇ ਯਾਦ ਰੱਖਿਓ ਕੌਲ ਦਾ ਫੁੱਲ ਇਹ ਝੁਰਦਾ ਹੈ। ਜਦੋਂ ਯੋਧਾ ਮੈਦਾਨ ਵਿੱਚ ਜਾਏ ਉਦੋਂ ਕਹਿਣ ਲੱਗੇ ਦੁਸ਼ਮਣ ਝੁਰਦੇ ਨੇ। ਪਰ ਹੋਤ ਜਬ ਪ੍ਰਭਾਤ ਜਦੋਂ ਹੁੰਦਾ ਅੰਮ੍ਰਿਤ ਵੇਲਾ ਪੜਤ ਹੈ ਬਾਣੀ ਸਿੰਘ। ਜਦੋਂ ਅੰਮ੍ਰਿਤ ਵੇਲੇ ਸਿੰਘ ਨੇ ਹੱਥ ਵਿੱਚ ਗੁਟਕਾ ਫੜਿਆ ਹੈ ਤੇ ਗੁਟਕਾ ਫੜ ਕੇ ਬਾਣੀ ਲੱਗਾ ਪੜਨ, ਕਹਿਣ ਲੱਗਾ ਸਿੱਖੋ ਮਜ਼ੇ ਦੀ ਗੱਲ ਹੈ ਕੰਪੈ ਕਾਲ। ਸਿੱਖ ਬਾਣੀ ਪੜਦਾ ਤੇ ਕਾਲ ਦਾ ਹਿਰਦਾ ਕੰਬਣ ਲੱਗ ਪੈਂਦਾ ਹੈ। ਅੰਮ੍ਰਿਤ ਵੇਲਾ ਅਸੀਂ ਕਿਵੇਂ ਕਹਿ ਦਿਆਂਗੇ ਅੰਮ੍ਰਿਤ ਵੇਲਾ ਨਹੀਂ। पढ़त है बाणी जब सिंह अमृत वेले जदों ने बाणी पढ़ी कहने लगे कंपै काल डोला हियो। काल कंबिया अंदर ओदा डोल गया। कंपै काल डोला हियो सिंह जी कराल को। कहने लगे जिन्हों अमृत वेले बाणी नहीं भुली सच ए जे गुरु गोबिंद सिंह दा वास आवे उहदे हिरदे विच। सिंह साहब कह लो सत्कारयोग चढ़दी कला सिख कह लो ज्ञानी पूरन सिंह उन्हें एक हवाला दिता है। पूरन सिंह कहते हैं मेरे मन च आया भी गुरु गोबिंद सिंह साहब की मैं तस्वीर बनावां ताकि कल नूं आउण वालियां पीढ़ियां वेखण कि सच्चे पातशाह का चेहरा इस तरह का सी। कहता जदों मैं तस्वीर लगा ना बनाण मेरे मन च आया मैं पुछां किनू भी गुरु गोबिंद सिंह जी किवें दे सन। हुण जे तस्वीर बनानी है तो पता तो होना चाहिए ना चेहरे का। कहने लगे मेरे मन च आया किनू पुछां भी किवें दे सन। कहंदा मैं क्या छड्ड परां लोकां नूं की पुछना है। आपां चलने सतलुज दरिया दे कोल आनंदपुर साहब। कहंदा जदों मैं सतलुज दरिया दे कोल गया ना उन्होंने जाके वगदे दरिया नूं मैं क्या क्योंकि कवि है हुण कवि ने अपने ढंग नाल गल नूं लिआंदा। कहने लगे मैं वगदे दरिया नूं आवाज़ मार के पुछया मैं क्या भरावा जदों गुरु गोबिंद सिंह सच्चे पातशाह बाबा फतेह सिंह दी उंगल फड़ के तेरे कंढे ते सैर करन आउंदे सन दस मेरे गुरु गोबिंद सिंह दा चेहरा किवें दा सी। जदों अपने पुत्रां नाल तेरे कंढे कंढे ते सैर करदे सन जदों प्यारे भाई दया सिंह गुरु गोबिंद सिंह दे पिछे तुरदे सन दस गुरु गोबिंद सिंह साहब दा चेहरा किवें दा सी। प्रोफैसर पूरन सिंह कहंदे ने सच ए दे सतलुज दरिया वगदा रहा उन्हें मेरी परवाह ही नहीं की मेरी गल ही नहीं सुनी। वो वगदा रहा मैं गल करके वेंदा रहा मैनू कोई जवाब नहीं मिलिया। कहने लगे सतलुज बोलिया कोई ना। मन ने कहा भी हुण कित्थे जा। मन ने दूजी उडारी भरी कहने लगे मैं चुप करके पहुंच गया पौंटा साहब। कहंदा मैं यमुना दे कोल गया वां। यमुना दे कोल जाके मैं इको गल कही सी यमुना तेरे कंढे ते बह के गुरु ने रब दे बड़े गुण गाए ने। तेरे किनारे ते बह के बड़ियां उस्ततां होईयां ने अकाल दियां। तू उदन दी टिक गई है तेरे विच शांति आ गई है।
पटना साहब को पौंटा साहब को लंघनी है तेरे अंदर टिकाए। 10 गुरु गोबिंद सिंह साहब जदों तेरे किनारे बह के अकाल दी उस्तत करते सन उदों उन्हां दे चेहरे ते किन्ना कु नूर है। कहंदे ने सच ये जे यमुना भी मेरी परवाह नहीं की, कहंदे मेरे नाल बोली नहीं। मैं क्या हुण की करां? उदों बाद कहंदे ने मेरा ध्यान चला गया पटना साहब। मैं पटना साहब जाना वा, गंगा दे कोल गया ते गंगा कोल जाके मैं क्या गंगा जदों पंडित शिवदत्त नूं गुरु गोबिंद सिंह साहब ने तेरे कंढे ते बैठे नूं नवाजिया सी, जदों गुरु गोबिंद सिंह कलगियां वाले ने तेरे विच हीरे सट्टे सन, तू ते मेरे गुरु दे कीमती हीरे लुको के बैठी है। दस मेरे कलगी वाले दे चेहरे ते किन्नियां कुछ रौनकां ने। कहन लगे गंगा भी खामोश है। गोदावरी दे कोल गया वां, गोदावरी नहीं बोली। कहन लगे जदों सतलुज बोलिया नहीं उस वक्त यमुना नहीं मेरे नाल बोली। गोदावरी अते कहन लगे मेरे नाल इन्हां गल्लां नहीं कीतियां। कहंदे ने मैं क्या इन्हां नहीं बोलना पूरना, इन्हां नूं खोरे की हो गई, चल चुप करके केसगढ़ चला जा। कहंदा जदों मैं केसगढ़ गया तो गुरु गोबिंद सिंह साहिब दे शस्त्र पए सन। ध्यान दिया जी आपां विशा मेरा अमृत वेला है, मैं आउणा उत्थे ही है। कहन लगा जदों शस्त्रां कोल गया ना ते मैं जाके शस्त्रां नूं क्या मैं क्या सजनों तुसी ते गुरु गोबिंद सिंह दे कोई कटार विच रहे हो, कोई गुरु गोबिंद सिंह साहब दे दस्तार विच रहे हो, कोई गुरु गोबिंद सिंह साहब दे पत्थे विच रहे हो, कोई गुरु गोबिंद सिंह साहब दे हत्थां विच रहे हो। ओए दसो गुरु गोबिंद सिंह साहब जी दे तन नूं छू प्राप्त कर चुके शस्त्रो मेरे गुरु कलगीधर दा चेहरा किवें दा? कहण लगे शस्त्र भी खामोश हो गए जदों कोई नहीं ना बोलिया, कोई भी। कहंदा मेरे मन नूं सट लगी, मैं किधर जावां? ते अंदरों मन आवाज मार के कहंदा गुरु ग्रंथ साहब नूं पुछिया ही, शब्द नूं पुछिया ही कदी? तू किनारियां ते तुरदा रहियो, कंढियां ते तुरदा रहियो, कदी शब्द कोल गया है? कहन लगा जदों मैनूं शब्द कोल जाण दा मौका मिलिया मैं गुरु ग्रंथ साहब नूं पढ़िया। ते जदों गुरु ग्रंथ साहब नूं पुछिया दाता जी मैं गुरु गोबिंद सिंह दे दर्शन करने हुण मैनूं कित्थों होणगे? कहन लगे बाणी विचों आवाज़ां आउण ਜਿਹੜੇ पूर्ण रहत बहत वाले सिंह ने, जिन्हां नूं रहत जान नालों वध के प्यारी है। जदों वो नितनेम नाल जुड़े हुंदे ने सच यही जदों बाणी पढ़दे ने गुरु गोबिंद सिंह उन्हां दे हिरदे विच बैठा हुंदा है। हुण समझियो बात, जदों सिख बाणी पढ़दा गुरु ओदे अंग संगे, इहदा मतलब सिखा तू बाणी नूं प्यार करके वेख तेरे दिल ते राज गुरु करेगा, तेरे अंदर वासा गुरु दा होएगा। हुण मैं फिर बेनती करा सतगुर दी बाणी कहंदी गुरसिखां अंदर सतगुर वरतदा है, पर कि उन्हां सिखां अंदर जिहड़े रह रस दे टाइम शराबां पींदे ने? बिल्कुल नहीं। गुरसिखां अंदर सतगुर वरता है, उन्हां सिखां दे अंदर वरतदा जिन्हां ने दमालियां दी थां ते दस्तारां दी थां ते कैंचियां नाल केस कतल कराए? बिल्कुल नहीं। उन्हां गुरसिखां दे अंदर सतगुर वरतदा भाई ਜਿਹੜੇ अपने गुरु नूं अपनी जान नालों वध के प्यार करते हैं। गुरु वरतदा भाई शबेग सिंह वर्गे दे हिरदे विच, गुरु वरतदा भाई शाहबाज सिंह वर्गे दे हिरदे विच। तुसीं कहोगे क्यों? जिदन शाहबाज सिंह चरखड़ी ते लगे ना चढ़न, शबेग सिंह नूं एक ही गल कही सी, शबेग सिंह लोकी ते पुत्रां दी खातर बड़े पापड़ वेलदे ने, ओए अपना पुत्र बचा लै। तुसीं दोवें बाप बेटा अपने धर्म नूं त्याग दिओ, एक बारी कह दिओ असीं सिख नहीं, तू अपने पुत्र नूं बचा लै, नहीं ते तेरी कुल अज तो बाद खत्म। उस सिख दे हिरदे विच गुरु वरतदा है जिस शबेग सिंह ने कहा सी, कहण लगे जे साडी खातर गुरु ने अपना परिवार वारन लगियां एक बारी नहीं सोचिया, मेरे 100 पुत्र भी हुंदा मैं गुरु गोबिंद सिंह दे केसां तो वार दिंदा, गुरु दे केसां तो। उन्हां दे हिरदे विच वरतदा। आओ हुण वास्ता जे तुहानूं रब दा 5-7 मिनट अपने समय च मैं समाप्ति करांगा। गुर मंत्र दा जाप करियो। पहला दास उच्ची सुर च बोलेगा, उस सुर च सब ने गुर मंत्र नूं जपना है, फिर आप अपने विषय नूं संकोचांगे। बेनती है ये प्रवान जरूर करिया जे सब दा भला है। करो कृपा जी। वाहे गुरु वाहे
ਵਾਹਿਗੁਰੂ 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 ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦਾ ਬਚਨ ਹੈ ਕਿ ਗੁਰੂ ਕਾ ਸਿੱਖ ਭਲਕੇ ਉੱਠ ਕੇ ਅੰਮ੍ਰਿਤ ਵੇਲੇ, ਭਲਕੇ ਦੇ ਅਰਥ ਆਉਣ ਵਾਲਾ ਕੱਲ ਤੇ ਆਪਾਂ ਕਰਨੇ ਆ, ਪਰ ਗੁਰਮਤਿ ਅਨੁਸਾਰ ਸੱਚ ਇਹ ਜੇ ਸਾਡਾ ਭਲਕਾ ਆਉਣ ਵਾਲਾ ਸਾਹ, ਪਤਾ ਹੀ ਕੋਈ ਨਹੀਂ ਅਗਲਾ ਸਾਹ ਹੈ ਕਿ ਨਹੀਂ। ਇੰਨੇ ਕੋ ਅਸੀਂ ਤਨਾਟ ਹਾਂ, ਇੱਕ ਸਾਹ ਦੇ ਵੀ ਮਾਲਕ ਨਹੀਂ। ਸਤਿਗੁਰੂ ਕਹਿ ਰਹੇ ਨੇ ਗੁਰਸਿੱਖ ਭਲਕੈ ਉੱਠ ਕਰ ਅੰਮ੍ਰਿਤ ਵੇਲੇ ਸਰਨਾ ਬੰਦਾ, ਗੁਰ ਕੈ ਬਚਨ ਉਚਾਰ ਕੈ ਧਰਮਸ਼ਾਲ ਦੀ ਸੁਰਤ ਕਰਾਂਦਾ। ਹੁਣ ਇਥੋਂ ਨਾ ਅਗਲੀ ਪੰਕਤੀ ਦੀ ਆਪਾਂ ਕੱਲ ਨੂੰ ਵਿਚਾਰ ਲੈਣੀ ਹੈ, ਤੇ ਮੈਂ ਇੱਕੋ ਬੇਨਤੀ ਕਰਾਂਗਾ। ਵੇਖੋ
ਸਤਿਗੁਰ ਨੇ ਸਭ ਕੁਝ ਸਾਨੂੰ ਦਿੱਤਾ ਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਸਿੰਘ ਜੀ ਬੇਦੀ ਨੂੰ ਕਹਿੰਦੇ ਨੇ, ਕਹਿਣ ਲੱਗੇ ਬਾਬਾ ਜੀ ਮੇਰੇ ਕੋਲ ਬਹੁਤ ਘੋੜੇ ਨੇ, ਵੇਖੋ ਤਬੇਲੇ ਵਿੱਚ ਕਿੰਨੇ ਘੋੜੇ ਨੇ, ਮੇਰੇ ਕੋਲ ਫੌਜਾਂ ਬਹੁਤ ਨੇ, ਖਜ਼ਾਨੇ ਬਹੁਤ ਨੇ। ਇੱਕੋ ਗੱਲ ਕਹੀ ਸੀ ਸਾਹਿਬ ਸਿੰਘ ਬੇਦੀ ਨੇ, ਕਹਿਣ ਲੱਗੇ ਰਣਜੀਤ ਸਿਆਂ ਇਹ ਦੱਸ ਤੇਰੇ ਕੋਲ ਅੰਮ੍ਰਿਤ ਵੇਲਾ ਹੈ ਕਿ ਤੇਰੇ ਕੋਲ ਅੰਮ੍ਰਿਤ ਵੇਲਾ ਹੈ? ਚੁੱਪ ਕਰ ਗਏ। ਕਹਿਣ ਲੱਗੇ ਅੰਮ੍ਰਿਤ ਵੇਲਾ ਨਹੀਂ। ਕਹਿਣ ਲੱਗੇ ਜੇ ਅੰਮ੍ਰਿਤ ਵੇਲਾ ਨਹੀਂ ਤੇ ਇਹਨਾਂ ਹਾਥੀ ਘੋੜਿਆਂ ਨੇ ਤੇਰਾ ਕੁਝ ਨਹੀਂ ਉਸਵਾਰਨਾ। ਗੁਰੂ ਕਿਰਪਾ ਕਰੇ। ਆਪ ਸਾਰੀ ਸੰਗਤ ਦਾ ਦਿਲੋਂ ਧੰਨਵਾਦ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ। ਭੌਰ ਸਾਧਾਂ ਕਾਲਜ ਤੋਂ ਸਟੂਡੈਂਟ ਇੱਥੇ ਉਚੇਚੇ ਤੌਰ ਤੇ ਆਉਂਦੇ ਨੇ। ਸਤਿਗੁਰੂ ਕਿਰਪਾ ਕਰੇ ਇਹਨਾਂ ਨੂੰ ਨਾਮਦਾਨ ਦੀਆਂ ਦਾਤਾਂ, ਕੌਮ ਦੀ ਸੇਵਾ ਦਾ ਮਾਣ ਬਖਸ਼ਣ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਆ ਜੇ। ਭੁੱਲਾਂ ਦੀ ਖਿਮਾ, ਵਾਧ ਘਾਟ ਦੀ ਖਿਮਾ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ